Yes, my dear masters and my dear creators, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਅੱਜ ਸਾਡਾ 13ਵਾਂ ਹਫਤਾ ਹੈ। ਅੱਧੇ ਤੋਂ ਜ਼ਿਆਦਾ ਕੋਰਸ ਜਿਹੜਾ ਹੈ ਉਹ ਅਸੀਂ ਕੰਪਲੀਟ ਕਰ ਲਿਆ ਹੈ ਔਰ ਆਈ ਹੋਪ ਕਿ ਸਾਰੇ ਆਪਣੀ ਲਾਈਫ ਦੇ ਵਿੱਚ ਇੱਕ ਡਰਾਸਟਿਕ ਚੇਂਜ ਨੂੰ 360 ਡਿਗਰੀ ਚੇਂਜ ਕਹਿੰਦੇ ਨੇ ਉਹ ਮਹਿਸੂਸ ਵੀ ਕਰਦੇ ਹੋਣਗੇ। ਪ੍ਰੈਕਟੀਕਲ ਅਗਰ ਅਸੀਂ ਜੋ ਸਾਨੂੰ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਅਸੀਂ ਅਗਰ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹਾਂ ਤਾਂ ਇੱਕ ਚੇਂਜ ਆਇਆ ਹੋਏਗਾ, ਕਿਉਂਕਿ ਇੱਕ ਦੋ ਸ਼ੇਅਰਿੰਗ ਦੇ ਵਿੱਚ ਵੀ ਅਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਚੇਂਜਸ ਆ ਗਏ, ਕਿਸ ਤਰ੍ਹਾਂ ਉਹਨਾਂ ਨੇ ਕਨੈਕਟ ਹੋਣਾ ਸਿੱਖ ਲਿਆ, ਕਿਸ ਤਰ੍ਹਾਂ ਹਾਇਰ ਸੈਲਫ ਦੇ ਨਾਲ ਕਨੈਕਟ ਹੋ ਕੇ ਉਹਨਾਂ ਦੇ ਕੋਲ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਚੇਂਜ ਆ ਰਿਹਾ ਹੈ। ਸ਼ੇਅਰਿੰਗ ਚੋਂ ਵੀ ਸਾਨੂੰ ਪਤਾ ਚੱਲ ਰਿਹਾ ਹੈ। ਅੱਜ ਜਿਹੜਾ ਅਸੀਂ ਸੈਸ਼ਨ ਜਿਹੜਾ ਨੌਲੇਜ ਲੈਣ ਵਾਲੇ ਹਾਂ ਉਹ ਕੀ ਹੈ, ਅਚੀਵਿੰਗ ਰਾਈਟ ਐਕਸ਼ਨ। ਐਕਸ਼ਨ ਸਾਡਾ ਕੀ ਹੋਣਾ ਚਾਹੀਦਾ ਹੈ, ਅਚਨਚੇਤੀ ਆਟੋਮੈਟਿਕਲੀ ਇੱਕ ਐਕਸ਼ਨ ਸਾਡੇ ਕੋਲੋਂ ਬਿਲਕੁਲ ਠੀਕ ਐਕਸ਼ਨ ਸਾਡੇ ਕੋਲੋਂ ਕਿਸ ਤਰ੍ਹਾਂ ਹੋ ਜਾਏ, ਇਹ ਅਸੀਂ ਨੌਲੇਜ ਅੱਜ ਲੈਣ ਵਾਲੇ ਹਾਂ। ਅਸੀਂ ਸਮਝ ਕੇ ਰਹੇ ਸੀ ਕਿ ਜਿਹੜੇ ਸਾਡੇ ਵਿਚਾਰ ਨੇ ਇਹ ਸਾਡੇ ਸਾਰੇ ਐਕਸ਼ਨ ਦਾ ਬੇਸ ਹੈ। ਹਰ ਇੱਕ ਐਕਸ਼ਨ ਦਾ, ਚਾਹੇ ਮੈਂ ਹੱਥ ਵੀ ਉਠਾਇਆ ਹੈ ਨਾ, ਗੱਲ ਕਰਦੇ ਕਰਦੇ ਇਹਦੇ ਪਿੱਛੇ ਵੀ ਇੱਕ ਵਿਚਾਰ ਆਉਂਦਾ, ਉਹ ਇਤਨੀ ਜਲਦੀ ਆ ਜਾਂਦਾ ਕਿ ਮੈਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਬੋਡੀ 'ਚ ਵਿਚਾਰ ਉੱਠਿਆ ਔਰ ਮੈਂ ਹੱਥ ਉਠਾ ਰਹੀ ਹਾਂ। ਕਿਉਂਕਿ ਜਦੋਂ ਫਰਸਟ ਮੈਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕੀਤੀ ਤਦ ਜਿਹੜੇ ਮੇਰੇ ਮੈਂਟੋਰ ਕਹਿ ਲਓ ਜਾਂ ਜੋ ਵੀ ਮੈਨੂੰ ਸਿਖਾਏ ਸੀ ਉਹਨਾਂ ਨੇ ਮੈਨੂੰ ਫਰਸਟ ਪ੍ਰੈਕਟਿਸ ਪਹਿਲੇ ਬੈਠਣ ਦੀ ਸਿਖਾਈ ਕਿ ਤੁਸੀਂ ਬਿਨਾਂ ਹਿਲੇ ਡੁਲੇ ਬੈਠਣਾ ਕਿਸ ਤਰ੍ਹਾਂ, ਘੜੀ ਨੂੰ ਦੇਖ ਕੇ ਇੱਕ ਮਿੰਟ ਦੇ ਹਿਸਾਬ ਨਾਲ। ਔਰ ਸੈਕਿੰਡ ਕਿ ਤੁਹਾਡੇ ਜਿਹੜੇ ਬੋਡੀ ਦੇ ਮੂਵਮੈਂਟਸ ਹੋ ਰਹੇ ਨੇ, ਹੱਥ ਉਠਾ ਕੇ ਇੱਧਰ ਰੱਖਣਾ, ਹੱਥ ਨੂੰ ਇੱਧਰ ਲੈ ਕੇ ਜਾਣਾ, ਇਹਨਾਂ ਸਾਰਿਆਂ ਨੂੰ ਦੇਖੋ ਕਿ ਤੁਹਾਡਾ ਹੱਥ ਉੱਠ ਕੇ ਜਾ ਰਿਹਾ ਹੈ, ਆਪਣੇ ਆਪ ਹੱਥ ਉੱਠ ਕੇ ਨਹੀਂ ਚਲਾ ਜਾਏ। ਇਹ ਸਭ ਉਹਨਾਂ ਨੇ ਪ੍ਰੈਕਟਿਸ ਕਰਵਾਈ। ਉਹਦਾ ਮਤਲਬ ਕੀ ਸੀ ਕਿ ਛੋਟੇ ਐਕਸ਼ਨ ਦੇ ਉੱਤੇ ਵੀ ਸਾਡੇ ਵਿਚਾਰ ਕੰਮ ਕਰ ਰਹੇ ਹੁੰਦੇ ਨੇ ਔਰ ਅਸੀਂ ਕੋਈ ਵੀ ਐਕਟ ਜਿਹੜਾ ਅਸੀਂ ਕਰ ਰਹੇ ਹਾਂ ਉਹਦੇ ਪਿੱਛੇ ਇੱਕ ਵਿਚਾਰ ਹੁੰਦਾ ਹੈ, ਚਾਹੇ ਉਹ ਵਿਚਾਰ ਕਿੰਨਾ ਛੋਟਾ ਹੀ ਕਿਉਂ ਨਾ ਹੋਏ, ਲੇਕਿਨ ਹੋਏਗਾ ਜ਼ਰੂਰ ਵਿਚਾਰ ਹੀ। ਕਿਸੇ ਟਾਈਮ ਸਾਡੇ ਕੋਲ ਇਸ ਤਰ੍ਹਾਂ ਹੋ ਜਾਂਦਾ ਕਿ ਅਸੀਂ ਕਿਸੇ ਵਿਚਾਰ ਨੂੰ ਸੋਚਣ ਨੂੰ, ਕਿਸੇ ਕੰਮ ਕਰਨ ਤੋਂ ਪਹਿਲੇ ਅਸੀਂ ਬਹੁਤ ਜ਼ਿਆਦਾ ਸੋਚਦੇ ਹਾਂ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਜਿਹੜੇ ਵੀ ਮੇਰੇ ਕੋਲ ਦੂਸਰੇ ਵਿਕਲਪ ਨੇ, ਅਲਟਰਨੇਟ ਜਿਹਨੂੰ ਕਹਿੰਦੇ ਨੇ, ਦੂਸਰੇ ਵਿਕਲਪ ਨੇ, ਮੈਂ ਇਹ ਕਰਾਂ ਜਾਂ ਇਹ ਕਰਾਂ, ਜਾਂ ਮੈਂ ਇਹ ਕੰਮ ਨੂੰ ਕਰਾਂਗੀ ਤੇ ਇਹ ਹੋਏਗਾ, ਇਹ ਕੰਮ ਕਰਾਂਗੀ ਤੇ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ, ਜਾਂ ਮੈਂ ਐਂਡ ਰਿਜ਼ਲਟ ਇਹਦਾ ਕੀ ਹੋਏਗਾ, ਜਿਹੜਾ ਮੈਂ ਕੰਮ ਕਰਨ ਜਾ ਰਹੀ ਹਾਂ ਇਹਦਾ ਐਂਡ ਰਿਜ਼ਲਟ ਕੀ ਹੋਏਗਾ। ਮੈਂ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਦੀ ਹਾਂ ਡੈਲੀਬਰੇਟਲੀ, ਜਾਣਬੁੱਝ ਕੇ ਸੋਚ ਕੇ ਹੋਸ਼ੋ ਹਵਾਸ ਦੇ ਵਿੱਚ। ਔਰ ਰਿਜ਼ਲਟ ਕੀ ਆਏਗਾ ਮੈਂ ਇਹਦੇ ਬਾਰੇ ਵੀ ਸੋਚਦੀ ਹਾਂ ਕਿ ਅਗਰ ਮੈਂ ਇਹ ਐਕਸ਼ਨ ਲਾਂਗੀ ਤੇ ਇਹਦਾ ਇਹ ਰਿਜ਼ਲਟ ਆਏਗਾ। ਔਰ ਕਈ ਵਾਰੀ ਕੀ ਹੋ ਜਾਂਦਾ ਕਿ ਸਾਡੇ ਕੋਲ ਐਕਸ਼ਨ ਹੋ ਜਾਂਦਾ, ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਵਿਚਾਰ ਆਇਆ ਸੀ ਔਰ ਸਾਡੇ ਕੋਲ ਐਕਸ਼ਨ ਹੋ ਜਾਂਦਾ ਹੈ। ਲੇਕਿਨ ਚਾਹੇ ਕੁਝ ਵੀ ਹੋ ਕਾਰਨ, ਲੇਕਿਨ ਜਿਹੜਾ ਵੀ ਸਾਡਾ ਐਕਸ਼ਨ ਜੋ ਹੈ, ਜਿਹੜਾ ਵੀ ਕੋਈ ਵੀ ਸਾਡਾ ਵਿਚਾਰ ਹੈ, ਉਹ ਸਾਡੇ ਐਕਸ਼ਨ ਦੇ ਉੱਤੇ ਜਾਂ ਤਾਂ ਸਾਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਜਾਂ ਜੋ ਵੀ ਅਸੀਂ ਐਕਸ਼ਨ ਕਰ ਰਹੇ ਹਾਂ, ਲੈਣ ਵਾਲੇ ਹਾਂ, ਉਹਦੇ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਮਰਜ਼ੀ। ਔਰ ਇਹੀ ਇਸ ਜਿਹੜਾ ਕੋਰਸ ਅਸੀਂ ਯੂਨੀਫਾਈਡ ਕੋਰਸ ਕਰ ਰਹੇ ਹਾਂ, ਇਹਦਾ ਅਸੀਂ ਅਗਰ ਉਪ ਸਿਧਾਂਤ ਕਹਿ ਲਈਏ ਕਿ ਇੱਕ ਮੇਨ ਤਾਂ ਅਸੀਂ ਯੂਨੀਫਾਈਡ ਹੋਣਾ ਸਿੱਖਣਾ ਹੈ ਔਰ ਆਪਣੇ ਆਪ ਨੂੰ ਹਾਇਰ ਸੈਲਫ ਦੇ ਨਾਲ ਜੋੜਨਾ ਸਿੱਖਣਾ ਹੈ, ਤਾਂ ਕਿ ਗੋਡ ਦੀਆਂ ਕੁਆਲਿਟੀਜ਼ ਨੂੰ ਜਿਹੜੀਆਂ ਸਾਡੇ ਅੰਦਰ ਇਨਬਿਲਟ ਹੀ ਨੇ ਅਸੀਂ ਉਹਨਾਂ ਨੂੰ ਫੀਲ ਕਰਨਾ ਸ਼ੁਰੂ ਕਰ ਦਈਏ। ਔਰ ਰੁਕਾਵਟ ਕੀ ਆ ਰਹੀ ਹੈ ਉਹਨਾਂ ਦੇ ਵਿੱਚ, ਥਾਟ ਆ ਰਿਹਾ ਹੈ ਰੁਕਾਵਟ, ਇਹ ਸਾਨੂੰ ਸਮਝਣਾ ਹੈ। ਇਹਦੀ ਅਸੀਂ ਸਾਰੀ ਤਿਆਰੀ ਚੱਲ ਰਹੀ ਹੈ। ਤਾਂ ਇਹ ਅਗਰ ਕਹਿ ਲਈਏ ਕਿ ਜਿਹੜਾ ਕੋਰਸ ਹੁਣ ਇਹਦੇ ਉੱਤੇ ਹੁਣ ਜਿਹੜਾ ਜ਼ੋਰ ਪਾ ਰਿਹਾ ਇਸ ਕੋਰਸ ਦੇ ਵਿੱਚ, ਯੂਨੀਫਾਈਡ ਕੋਰਸ ਦੇ ਵਿੱਚ, ਉਹ ਇਹ ਕਿ ਜਿਤਨੇ ਵੀ ਮੇਰੇ ਵਿਚਾਰ ਨੇ, ਇਹ ਜੋ ਵੀ ਮੈਂ ਆਪਣੇ ਜੀਵਨ ਦੇ ਵਿੱਚ ਅਨੁਭਵ ਕਰ ਰਹੀ ਹਾਂ, ਐਕਸਪੀਰੀਅੰਸ ਕਰ ਰਹੀ ਹਾਂ, ਸੁੱਖ ਦੁੱਖ ਦਾ, ਮਾਨ ਦਾ, ਅਪਮਾਨ ਦਾ, ਬਿਮਾਰੀ ਦਾ, ਤੰਦਰੁਸਤੀ ਦਾ, ਖੁਸ਼ੀ ਦਾ, ਦੁਖੀ ਦਾ, ਜੋ ਵੀ ਮੈਂ ਐਕਸਪੀਰੀਅੰਸ ਕਰ ਰਹੀ ਹਾਂ, ਇਹ ਵਿਚਾਰ ਹੀ ਨੇ ਮੇਰੇ ਜਿਹੜੇ ਮੇਰੇ ਕੋਲੋਂ ਇਹ ਐਕਸਪੀਰੀਅੰਸ ਕਰਵਾ ਰਹੇ ਨੇ। ਇਹ ਸਮਝ ਇਸ ਯੂਨੀਫਾਈਡ ਕੋਰਸ ਦੇ ਦੁਆਰਾ ਸਾਨੂੰ ਦਿੱਤੀ ਜਾ ਰਹੀ ਹੈ। ਜਦੋਂ ਅਸੀਂ ਆਪਣੇ ਪਿਛਲੇ ਕੁਝ ਦੇਖ ਰਹੇ ਨਾ ਕਿ ਅਸੀਂ ਆਪਣੇ ਆਪ ਨੂੰ ਚੈਨਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਹਾਇਰ ਦੇ ਨਾਲ ਪਤਾ ਚੱਲੇ ਕਿ ਹਾਇਰ ਦੇ ਨਾਲ ਜੁੜ ਰਹੇ ਹਾਂ, ਤਾਂ ਕਿ ਪਤਾ ਚੱਲੇ ਕਿ ਮੇਰੇ ਕਿਹੜੇ ਵਿਚਾਰ ਨੇ ਜਿਹੜੇ ਮੈਨੂੰ ਹਾਇਰ ਦੇ ਨਾਲ ਜੁੜਨ ਨਹੀਂ ਦਿੰਦੇ। ਯਾਨੀ ਇਹ ਸੈਕਿੰਡ ਇੱਕ ਸਿਧਾਂਤ ਹੈ,
ਜਿਸ ਨੂੰ ਅਸੀਂ ਕਹਿ ਲਈਏ ਜਿੱਥੇ ਅਸੀਂ ਐਂਡ ਰਿਜ਼ਲਟ ਤੱਕ ਪਹੁੰਚਣਾ, ਤੇ ਇਹ ਉਹਦਾ ਇੱਕ ਉਹ ਵੀ ਹੈ ਦੇ ਨਾਲ ਹੀ, ਤਾਂ ਕਿ ਪਤਾ ਤਾਂ ਚੱਲੇ ਕਿ ਇਹ ਵਿਚਾਰ ਹੀ ਨੇ ਮੇਰੇ ਜਿਹੜੇ ਮੈਨੂੰ ਹਰ ਚੀਜ਼ ਦਾ ਐਕਸਪੀਰੀਅੰਸ ਅਨੁਭਵ ਕਰਵਾ ਰਹੇ ਨੇ। ਤਾਂ ਫਿਰ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚਾਹੁੰਦੇ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਆ ਕਿ ਬਹੁਤ ਹੀ ਫਰੂਟਫੁਲ ਹੋਏ, ਮੇਰਾ ਜੀਵਨ ਬੜਾ ਲਾਭਦਾਇਕ ਹੋਏ, ਜਿਹਨੂੰ ਮੈਨੂੰ ਬਹੁਤ ਗੁਣਵੱਤਾ ਉਹਦੀ ਵੱਧ ਜਾਏ, ਮੈਂ ਭਰਪੂਰਤਾ ਦੇ ਅਹਿਸਾਸ ਜਿਹੜੇ ਮੇਰੇ ਹੈਗੇ ਨੇ ਐਕਟ, ਜਿਹੜੀ ਮੇਰੀ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ, ਮੈਨੂੰ ਭਰਪੂਰਤਾ ਦਾ ਅਹਿਸਾਸ ਹੋਏ, ਮੇਰੇ ਅੰਦਰ ਇੱਕ ਆਨੰਦ ਦੀ ਅਵਸਥਾ ਅੰਦਰ ਤਿਆਰ ਹੋ ਜਾਏ ਹਰ ਕੰਮ ਕਰਦਿਆਂ ਹੋਇਆ। ਤਾਂ ਇਹਦੇ ਲਈ ਮਤਲਬ ਕੀ ਹੋਇਆ, ਕੋਈ ਵੀ ਅਗਰ ਮੈਂ ਇਸ ਤਰ੍ਹਾਂ ਵਿਚਾਰ ਰਹੀ ਹਾਂ ਤੇ ਮੈਨੂੰ ਵਿਚਾਰ ਉਹਨਾਂ ਨੂੰ ਕਰੈਕਟ ਵਿਚਾਰ, ਇੱਕ ਬਿਲਕੁਲ ਠੀਕ ਵਿਚਾਰ ਮੈਨੂੰ ਆਪਣੇ ਰੱਖਣੇ ਪੈਣਗੇ, ਤਦ ਹੀ ਮੈਂ ਆਪਣੇ ਜੀਵਨ ਵਿੱਚ ਆਨੰਦ, ਪਿਆਰ, ਭਰਪੂਰਤਾ ਦਾ ਅਹਿਸਾਸ, ਸੰਤੁਸ਼ਟੀ ਦੇ ਅਹਿਸਾਸ ਨੂੰ ਮੈਂ ਫੀਲ ਕਰ ਪਾਵਾਂਗੀ। ਔਰ ਇਹਦੇ ਉੱਤੇ ਸਾਡੇ ਨੂੰ ਕੋਈ ਵੀ ਆਰਗੂ ਨਹੀਂ ਕਰ ਸਕਦਾ ਕਿ ਅਗਰ ਮੇਰੇ ਵਿਚਾਰ ਅੱਛੇ ਨੇ ਤਾਂ ਹੀ ਮੈਂ ਅੱਛਾ ਫੀਲ ਕਰਾਂਗੀ, ਅਗਰ ਮੇਰੇ ਵਿਚਾਰ ਬੁਰੇ ਨੇ ਤੇ ਬੁਰਾ ਫੀਲ। ਇਹਦੇ ਤੇ ਕੋਈ ਆਰਗੂਮੈਂਟ ਹੈ ਹੀ ਨਹੀਂ, ਸਭ ਇਸ ਚੀਜ਼ ਨੂੰ ਜਾਣਦੇ ਨੇ। ਔਰ ਹਰ ਬੰਦਾ ਕੀ ਚਾਹੁੰਦਾ ਕਿ ਮੈਂ ਅੱਛਾ ਸੋਚਾਂ, ਅੱਛੇ ਸੋਚਣ ਵਾਸਤੇ ਉਹ ਵੀ ਕਰ ਰਿਹਾ, ਪੂਰੀ ਕੋਸ਼ਿਸ਼ ਹੈ। ਔਰ ਕੀ ਚਾਹੁੰਦਾ ਹਰ ਇਨਸਾਨ, ਜਿਹੜਾ करे एक्शन जो है मेरा जो भी है कि वो बिल्कुल ठीक निकलना चाहिए। जो भी मेरी बॉडी तो एक्शन हो गया, वो एक्शन बिल्कुल 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 कट होना चाहिए। जब ਹੁਣ सवाल यह हो जाता कि इंटेंशन बिल्कुल प्योर है, इंटेंशन बिल्कुल है, और असी कोशिश ਜਿਹੜੇ ਨੇ ਬਿਲਕੁਲ अच्छे हो जाते, क्योंकि कोई करना नहीं चाहता, कोई भी इंसान किसी को नीचा नहीं दिखाना चाहता, कोई भी जो कुछ भी ਅਸੀਂ ਨੈਗੇਟਿਵਿਟੀ ਫੀਲ ਕਰ ਰਹੇ ਹਾਂ, ਅਸੀਂ ਕੋਈ ਵੀ ਨਹੀਂ ਚਾਹੁੰਦੇ, ਸਾਡੀ ਇੰਟੈਂਸ਼ਨ ਨਹੀਂ ਹੈ, ਇੰਟੈਂਸ਼ਨ ਸਾਡੀ ਬਹੁਤ ਪਿਓਰ ਹੈ। ਲੇਕਿਨ ਇਹ ਹੋਣ ਦੇ ਬਾਵਜੂਦ ਵੀ ਸਾਡੇ ਕੋਲੋਂ ਇਹੋ ਜਿਹੀਆਂ ਚੀਜ਼ਾਂ ਕਿਉਂ ਹੋ ਜਾਂਦੀਆਂ ਨੇ ਜੋ ਅਸੀਂ ਆਪਣੇ ਆਸੇ-ਪਾਸੇ ਦੇਖ ਰਹੇ ਹਾਂ। ਇਤਨੀ ਅਰਾਜਕਤਾ, इतना दुख, इतनी असंतोष सॉरी इतना असंतोष है साढ़े आसे पासे ਅਸੀਂ देख रहे हैं। कहते ना कि लगता है कि बस जिंदगी च कुछ कमी है, खालीपन का एहसास हर एक दे जीवन दे विच एक खालीपन का एहसास है। और इस तो अलावा वेस्टेड मोशन, साडा क्योंकि हर चीज रोटेट हो रही है, साडे अंदरों भी एक रोटेशन हो रही है, श्वास आ रहा है, वही श्वास फिर बाहर जा रहा, वही श्वास आ रहा, वही श्वास बाहर, यानी श्वासां दी रोटेशन होई चली जा रही है। एक सर्च दे हिसाब दे नाल एक इंसान, नॉर्मल इंसान एक दिन दे विच 21,600 श्वास रोज दे रहिंदा है। और जेडे विचार चलदे ने ओदे एक नॉर्मल इंसान दे जेड़ा गूगल दा सर्च सी 60,000 विचार जड़े ने एक इंसान दे, नॉर्मल इंसान दे दिमाग च डेली आंदे ने। और अगर पॉलिटिशियन उन्होंने कहा कि अगर पॉलिटिशियन है तो 70,000 तो 80,000 तक विचार हो सकते हैं नॉर्मल इंसान, लेकिन एक जड़ा पॉलिटिशियन है 70 तो 80,000 तक दे विचार, यानी इतने विचार साडे अंदर चल रहे हैं। तो ये जिहड़ी रोटेशन हो रही है, ये तो वेस्टेज ना, इतनी वेस्टेज हो रही है। इस तरह कह लिए कि मान लो मैं वॉशिंग मशीन चला दी और कपड़ा कोई पाया ही नहीं धोने दे विच, तो मेरी जड़ी भी वॉशिंग मशीन चलेगी तो बेकार है। मिक्सर चला रही है लेकिन मिक्सर च कुछ पीसन लिए पाया ही नहीं, तो जड़ा भी रोटेशन हो रही है बेकार हो रही है। इस तरीके नाल जड़ी साडे अंदर ए रोटेशन चल रही है, श्वास का आना जाना, एनर्जी साडे अंदर सैल घूम रहे ने, हर चीज अंदर जेडे सैल वगैरह ने, जेडे साइंस के स्टूडेंट ने उन्होंने जान सकते होंगे कि हर चीज रोटेट हो रही है। तो कितना वेस्टेज चल रहा है अंदर। और लेकिन हुन जब तक हुन सानू पता चल जाए पल गया होएगा कि यह जिहड़ी वेस्टेज है क्यों हो रही है, सानू इस चीज का आंसर पता है। क्योंकि इस पिछे हो रही है कि हुन असी जिहड़े लोग आ कल्पना की दुनिया विच रहन वास्ते एक्सपर्ट हो चुके हैं। कल्पना की दुनिया च असीं रहने आ। शेख चिली की कहानी ਅਸੀਂ ਸਭ ਨੇ ਸੁਣੀ ਹੋਏਗੀ ਬਚਪਨ ਦੇ ਵਿੱਚ, ਸ਼ਾਇਦ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਖੈਰ ਮੈਂ ਨਹੀਂ ਸੁਣਾਈ, ਲੇਕਿਨ ਸਾਡੇ ਟਾਈਮ ਦੇ ਉੱਤੇ ਅਸੀਂ ਇਹ ਸਟੋਰੀ ਸੁਣੀ ਹੋਈ ਹੈ ਕਿ ਸ਼ੇਖ ਚਿਲੀ ਹੁੰਦਾ, ਇੱਕ ਉਹਨੂੰ
ਘਿਓ ਦਾ ਮਟਕਾ ਕੋਈ ਬੰਦਾ ਦਿੰਦਾ ਹੈ, ਬੈਠਾ ਹੁੰਦਾ ਤੇ ਘਿਓ ਦਾ ਮਟਕਾ ਉਹਨੂੰ ਕੋਈ ਦਿੰਦਾ ਕਿ ਲੈ ਫੜ ਘਿਓ ਦਾ ਮਟਕਾ, ਤੂੰ ਮੇਰੀ ਘਰ ਪਹੁੰਚਾ ਕੇ ਆ ਤੇ ਮੈਂ ਤੈਨੂੰ ਇੰਨੇ ਪੈਸੇ ਦਿਆਂਗਾ। ਉਹ ਸ਼ੇਖ ਚਿੱਲੀ ਬਹੁਤ ਖੁਸ਼ ਹੋ ਜਾਂਦਾ ਹੈ ਮਟਕੇ ਨੂੰ ਦੇਖ ਕੇ, ਫਿਰ ਸੋਚਦਾ ਹੈ ਕਿ ਇਸ ਨੂੰ ਮੈਂ ਘਿਓ, ਇਹ ਮੈਨੂੰ ਪੈਸੇ ਮਿਲਣਗੇ, ਇਹਦੀ ਮੈਂ ਫਿਰ ਬੱਕਰੀ ਖਰੀਦਾਂਗਾ, ਬੱਕਰੀ ਦੁੱਧ ਦੇਗੀ, ਦੁੱਧ ਨੂੰ ਵੇਚਾਂਗਾ, ਫਿਰ ਮੇਰੇ ਕੋਲ ਪੈਸੇ ਇਕੱਠੇ ਹੋ ਜਾਣਗੇ, ਫਿਰ ਮੈਂ ਗਾਂ ਗਾਂ ਜਾਂ ਮੱਝ ਖਰੀਦਾਂਗਾ, ਫਿਰ ਮੇਰੇ ਕੋਲ ਬਹੁਤ ਸਾਰੇ ਪੈਸੇ ਹੋ ਜਾਣਗੇ, ਮੈਂ ਅਮੀਰ ਬਣ ਜਾਵਾਂਗਾ, ਦੂਜੀ ਮੱਝ ਖਰੀਦਾਂਗਾ, ਫਿਰ ਮੈਂ ਸ਼ਾਦੀ ਕਰਾਂਗਾ, ਸ਼ਾਦੀ ਕਰਕੇ ਬਾਅਦ ਮੇਰੇ ਬੱਚੇ ਹੋਣਗੇ, ਮੇਰੇ ਬੱਚੇ ਇਸ ਤਰ੍ਹਾਂ ਵੱਡੇ ਹੋ ਜਾਣਗੇ, ਮੇਰੇ ਕੋਲ, ਮੈਂ ਬਾਹਰੋਂ ਆਵਾਂਗਾ ਤੇ ਮੇਰੇ ਕੋਲ ਦੌੜਦੇ ਦੌੜਦੇ ਆਣਗੇ ਤੇ ਮੈਂ ਉਹਨਾਂ ਨੂੰ ਕਹਾਂਗਾ ਹਟ ਪਿੱਛੇ ਹੋ, ਹੈ ਮੈਨੂੰ ਥੋੜੀ ਦੇਰ ਬੈਠਣ ਦੋ, ਔਰ ਮੈਂ ਇਸ ਤਰ੍ਹਾਂ ਨੂੰ ਧੱਕਾ ਮਾਰ ਕੇ ਕਹਾਂਗਾ ਵੀ ਤੂੰ ਥੋੜੀ ਦੇਰ ਪਿੱਛੇ ਹੋ, ਮੈਨੂੰ ਬਹਿ ਲੈਂਦੇ, ਮੈਂ ਥੱਕ ਕੇ ਆਇਆ, ਔਰ ਇਸ ਤਰ੍ਹਾਂ ਹੀ ਉਹਨੂੰ ਠੋਕਰ ਲੱਗਦੀ, ਔਰ ਘਿਓ ਦਾ ਬਰਤਨ ਜਿਹੜਾ ਹੈ ਉਹ ਨੀਚੇ ਗਿਰ ਜਾਂਦਾ ਹੈ। ਹੁਣ ਉਹਨੂੰ ਚੀਜ਼ਾਂ ਤੋਂ ਕੀ ਮਿਲਣੀਆਂ ਸੀਗੀਆਂ, ਉਹਨੇ ਮਾਲਿਕ ਕੋਲੋਂ ਨੂੰ ਗਾਲਾਂ ਪੈਂਦੀਆਂ ਨੇ, ਤੇ ਮਾਲਿਕ ਉਹਨੂੰ ਬੋਲਦਾ ਕਿ ਤੂੰ ਮੇਰਾ ਘਿਓ ਦਾ ਜਿਹੜਾ ਹੈ ਮਟਕਾ ਸੀ ਤੂੰ ਗਿਰਾ ਸਾਰਾ ਵੇਸਟ ਕਰ ਦਿੱਤਾ, ਤੇ ਸ਼ੇਖ ਚਿੱਲੀ ਕਹਿੰਦਾ ਤੇਰਾ ਤਾਂ ਘਿਓ ਹੀ ਰੁੜਿਆ, ਮੇਰਾ ਤਾਂ ਪੂਰਾ ਖਾਨਦਾਨ ਰੁੜ ਗਿਆ। ਤੋ ਇਹ ਜਿਹੜੀ ਕਲਪਨਾ ਕਰਦੇ ਹਾਂ ਅਸੀਂ ਬਚਪਨ ਚ, ਸਟੋਰੀਜ਼ ਅਸੀਂ ਬਹੁਤ ਸੁਣਦੇ, ਸ਼ੇਖ ਚਿੱਲੀ ਨੂੰ ਲੈ ਕੇ ਇੱਕ ਸਟੋਰੀ ਇਹੋ ਜਿਹੀ ਬਹੁਤ ਸਟੋਰੀਆਂ ਬਣਾਈਆਂ ਜਾਂਦੀਆਂ ਸੀ ਔਰ ਅਸੀਂ ਲੋਕ ਸੁਣੀਆਂ ਜਾਂਦੀਆਂ ਸੀਗੀਆਂ। ਤਾਂ ਕਿਸੇ ਮਨ ਦਾ ਪ੍ਰਤੀਕ ਸੀ ਕਿ ਸਾਡਾ ਮਨ ਕਿਤਨੀ ਕਲਪਨਾ ਕਰ ਲੈਂਦਾ ਹੈ, ਇੱਕ ਮਟਕੇ ਤੋਂ ਉਸਨੇ ਕਿਤਨੀ ਕਲਪਨਾ ਕਰ ਲਈ। ਇਸ ਤਰ੍ਹਾਂ ਹੀ ਅਸੀਂ ਵੀ ਦੇਖਣਾ ਕਿ ਸਾਡਾ ਮਨ ਆਪਣੇ ਆਪ ਕਲਪਨਾ ਕਰਦਾ ਰਹਿੰਦਾ ਹੈ, ਉਹ ਆਪਣੇ ਵਿਚਾਰ ਬਣਾਉਂਦਾ ਤੁਰ ਚਲੀ ਜਾਂਦਾ ਹੈ, ਜਦ ਕਿ ਕਰਨਾ ਉਹਨੇ ਕੀ ਸੀ, ਈਸ਼ਵਰ ਦਾ ਜਿਹੜਾ ਵਿਚਾਰ ਹੈ ਇਸ ਦੇ ਨਾਲ ਉਹਨੇ ਸਿਰਫ ਟਿਊਨਡ ਹੋਣਾ ਸੀ, ਇਸ ਦੇ ਨਾਲ ਆਪਣੇ ਆਪ ਨੂੰ ਟਿਊਨਡ ਕਰ ਲੈਣਾ ਸੀ। ਸਿਰਫ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਟੀਵੀ ਤੇ, ਰੇਡੀਓ ਤੇ ਕਿੰਨੇ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਮੈਂ ਕ੍ਰਾਈਮ ਪੈਟਰੋਲ ਦੇਖ ਰਹੀ ਹਾਂ ਕਿਉਂਕਿ ਮੈਂ ਕ੍ਰਾਈਮ ਪੈਟਰੋਲ ਚੈਨਲ ਦੇ ਨਾਲ ਆਪਣੇ ਆਪ ਨੂੰ ਟਿਊਨ ਕਰ ਦਿੱਤਾ। ਜਿਸ क्षण ਮੈਂ ਕ੍ਰਾਈਮ ਪੈਟਰੋਲ ਦੇਖ ਰਹੀ ਹਾਂ ਉਸ क्षण ਬਾਕੀ ਦੀਆਂ ਚੀਜ਼ਾਂ ਵੀ ਤਾਂ ਚੱਲ ਰਹੀਆਂ ਨੇ ਨਾ, ਰਿਲੀਜੀਅਸ ਮੈਟਰ ਵੀ ਚੱਲ ਰਹੇ ਨੇ, ਕੀਰਤਨ ਕਥਾ ਵੀ ਆ ਰਿਹਾ ਹੈ, ਹਰ ਚੀਜ਼ ਆ ਰਹੀ ਹੈ ਉਸ ਟਾਈਮ ਦੇ ਉੱਤੇ, ਲੇਕਿਨ ਮੈਂ ਟਿਊਨਡ ਕਿਹਦੇ ਨਾਲ, ਕ੍ਰਾਈਮ ਪੈਟਰੋਲ ਨਾਲ, ਜਾਂ ਇਹੋ ਜਿਹੇ ਕਿਸੇ ਵੀ ਗੌਸਿਪ ਦੇ ਨਾਲ, ਜਾਂ ਕਾਮੇਡੀ ਸੀਰੀਅਲ ਨਾਲ, ਜਿਹਦੇ ਨਾਲ ਵੀ, ਤਾਂ ਜਿਹਦੇ ਨਾਲ ਵੀ ਮੇਰੀ ਟਿਊਨਿੰਗ ਹੋਈ ਦੀ ਹੈ, ਮੈਂ ਉਸੇ ਦੇ ਬਾਰੇ ਹੀ ਸੋਚ ਰਹੀ ਹਾਂ, ਉਸੇ ਦੇ ਬਾਰੇ ਹੀ ਗੱਲ ਕਰ ਰਹੀ ਹਾਂ, ਉਹੀ ਮੈਂ ਦੇਖ ਰਹੀ ਹਾਂ, ਜਦਕਿ ਟਿਊਨਿੰਗ ਮੈਂ ਕਰਨੀ ਸੀ ਈਸ਼ਵਰ ਦੇ ਨਾਲ, ਈਸ਼ਵਰ ਦੇ ਜਿਹੜਾ ਸਿੰਗਲ ਥਾਟ ਹੈ ਉਸ ਵਿਚਾਰ ਦੇ ਨਾਲ ਟਿਊਨਿੰਗ ਕਰਨੀ ਸੀ। ਜਦੋਂ ਅਸੀਂ ਈਸ਼ਵਰ ਦੇ ਵਿਚਾਰ ਦੇ ਨਾਲ ਆਪਣੇ ਆਪ ਨੂੰ, ਉਸ ਸਿੰਗਲ ਥਾਟ ਦੇ ਨਾਲ, ਜਿਹਦੀ ਅਸੀਂ ਬਹੁਤ ਡਿਟੇਲ ਚ ਗੱਲ ਕਰ ਚੁੱਕੇ ਹਾਂ, ਆਪਣੇ ਆਪ ਨੂੰ ਟਿਊਨਡ ਕਰ ਲੈਂਦੇ ਹਾਂ, ਤੇ ਜਿਤਨੇ ਵੀ ਵਿਚਾਰ ਮੇਰੇ ਅੰਦਰੋਂ ਉੱਠਣਗੇ, ਜਿਹਨੂੰ ਕਹਿੰਦੇ ਨਾ ਕਿ ਬੁੱਧ ਬਦੇ ਵਾਂਗੂ ਅੰਦਰੋਂ ਆਪਣੇ ਆਪ ਹੀ ਆਂਦੇ ਚਲੇ ਜਾਣਗੇ, ਉਸ ਦਿਲ, ਮੇਰੇ ਦਿਮਾਗ ਦੇ ਜਿਤਨੇ ਵੀ ਵਿਚਾਰ ਆਉਣਗੇ ਬਿਲਕੁਲ ਕਰੈਕਟ, ਬਿਲਕੁਲ ਠੀਕ ਵਿਚਾਰ ਹੋਣਗੇ, ਔਰ ਇਹ ਉਹ ਵਿਚਾਰ ਹੋਣਗੇ ਜਿਹਦੇ ਨਾਲ ਮੇਰਾ ਐਕਸ਼ਨ ਜਿਹੜਾ ਹੋਏਗਾ, ਕਿਹੜਾ ਵਾਲਾ ਐਕਸ਼ਨ ਹੋ ਜਾਏਗਾ, ਉਹ ਮੈਨੂੰ ਕੀ ਅਨੁਭਵ ਕਰਾਏਗਾ, ਅਬੰਡੈਂਸ ਨੂੰ, ਹੈਪੀਨੈਸ ਨੂੰ, ਜੋਏ ਨੂੰ, ਹੋਰ ਜਿਤਨੇ ਵੀ ਸੰਤੋਖ, ਜਿਤਨਾ ਵੀ ਈਸ਼ਵਰ ਦੇ ਗੁਣ ਨੇ, ਉਹਨਾਂ ਸਾਰਿਆਂ ਦਾ ਐਕਸਪੀਰੀਅੰਸ, ਉਹਨਾਂ ਸਾਰਿਆਂ ਦਾ ਅਨੁਭਵ ਉਹ ਸਿੰਗਲ ਥਾਟ ਮੈਨੂੰ ਕਰਵਾਏਗਾ, ਅਗਰ ਮੈਂ ਉਹ ਸਿੰਗਲ ਥਾਟ ਦੇ ਨਾਲ ਆਪਣੇ ਆਪ ਨੂੰ ਟਿਊਨਡ ਕਰਕੇ ਰੱਖਿਆ ਹੋਏਗਾ तो। ਕਿਉਂਕਿ ਅਗਰ ਮੈਂ ਈਸ਼ਵਰ ਦੀ ਥਾਟ ਦੇ ਨਾਲ ਜੁੜੀ ਹਾਂ, ਤੇ ਜਿਹੜੀਆਂ ਵੀ ਮੈਨੂੰ ਐਕਸਪੀਰੀਅੰਸ ਹੋਏਗਾ, ਜੋ ਵੀ ਅਨੁਭਵ ਹੋਏਗਾ, ਉਹ ਈਸ਼ਵਰ ਦੀ ਕੁਆਲਿਟੀਜ਼ ਦਾ ਹੀ ਅਨੁਭਵ ਹੋਣ ਵਾਲਾ ਹੈ। ਦੂਸਰੀ ਤਰਫ ਅਸੀਂ ਹਮੇਸ਼ਾ ਅਕਾਲ ਪੁਰਖ ਦੀਆਂ ਕੁਆਲਿਟੀਜ਼ ਨੂੰ ਐਕਸਪੀਰੀਅੰਸ ਨਹੀਂ ਕਰਦੇ। ਕਦੋਂ ਨਹੀਂ ਕਰਦੇ? ਜਦੋਂ ਅਸੀਂ ਆਪਣੇ ਵਿਚਾਰਾਂ ਦੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਔਰ ਜਿਹਦੇ ਵਿੱਚ ਅਸੀਂ ਐਕਸਪਰਟ ਆ, ਮਾਸਟਰੀ ਹੈ ਸਾਡੀ, ਕਿਉਂਕਿ 60,000 ਵਿਚਾਰ ਐਵੇਂ ਨਹੀਂ ਆ ਗਏ, ਇਹ ਜਿਹੜੇ ਇਤਨੇ ਵਿਚਾਰ ਆ ਰਹੇ ਨੇ ਕਿਉਂਕਿ ਐਕਸਪਰਟ ਆ ਅਸੀਂ, ਆਪਣੀਆਂ ਤਾਨੇ ਬਾਨੇ ਬਣਾਉਣ ਚ, ਆਪਣੀ ਕਥਾ ਬਣਾਉਣ ਦੇ ਵਿੱਚ ਅਸੀਂ ਐਕਸਪਰਟ ਆ। ਔਰ ਜੋ ਅਸੀਂ ਕਲਪਨਾ ਕਰ ਰਹੇ ਹਾਂ, ਜਿਸ ਤਰ੍ਹਾਂ ਸ਼ੇਖ ਚਿੱਲੀ ਨੇ ਇਤਨਾ ਸਾਰਾ ਇਮੇਜਿਨ ਕਰਤਾ, ਉਹਦੇ ਚ ਕੁਝ ਵੀ ਟਰੂ ਨਹੀਂ ਸੀ, ਸਭ ਫਿਊਚਰ ਦੇ ਵਿੱਚ ਸੀਗਾ, ਕੁਝ ਵੀ ਨਹੀਂ ਸੀ। ਉਹਦਾ ਤਾਂ ਕੰਮ ਸੀਗਾ ਮਟਕੇ ਨੂੰ ਲੈ ਕੇ ਜਾਣਾ ਔਰ ਉਹਦੇ ਘਰ ਚ ਪਹੁੰਚਾਣਾ, ਸਿਰਫ ਇਤਨਾ ਹੀ। ਔਰ ਉਸਨੇ ਸੋਚਣਾ ਕੀ ਸ਼ੁਰੂ ਕਰ ਦਿੱਤਾ, ਹੈ ਨਾ। ਠੀਕ ਇਸੇ ਤਰੀਕੇ ਦੇ ਨਾਲ ਜਿਤਨੇ ਵੀ ਵਿਚਾਰ ਅਸੀਂ ਸੋਚ ਰਹੇ ਹਾਂ ਆਪਣੇ ਦਿਮਾਗ ਤੋਂ, ਈਸ਼ਵਰ ਦੇ ਵਿਚਾਰ ਤੋਂ ਅਲੱਗ ਹੋ ਕੇ, ਉਹ ਸਾਰੇ ਕਲਪਨਾ ਦੇ ਵਿੱਚ ਨੇ, ਸੱਚੇ ਨਹੀਂ ਨੇ, ਝੂਠੇ ਵਿਚਾਰ ਨੇ ਸਾਰੇ। ਔਰ ਜਿਸ ਤਰ੍ਹਾਂ ਅਗਰ ਮੈਂ ਸੋਚਦੀ ਹਾਂ ਕਿ ਮੈਂ ਗਰੀਬ ਆ, ਮੈਂ ਬਿਮਾਰ ਰਹਿੰਦੀ ਹਾਂ, ਸਾਹਮਣੇ ਵਾਲੇ ਨੇ ਮੇਰੇ ਨਾਲ ਗਲਤ ਕਰ ਦਿੱਤਾ, ਧੋਖਾ ਕਰ ਦਿੱਤਾ, ਜਾਂ ਕੋਈ ਮੈਨੂੰ ਪਿਆਰ ਨਹੀਂ ਕਰਦਾ, ਤਾਂ ਇਹ ਜਿਤਨੇ ਵੀ ਵਿਚਾਰ ਨੇ, ਇਹ ਸਾਰੇ ਵਿਚਾਰ ਆਪਣੇ ਆਪ ਦੇ ਵਿੱਚ ਝੂਠੇ ਨੇ, ਇਹ ਸੱਚੇ ਨਹੀਂ ਨੇ। ਮੈਂ ਇਸ ਦੇ ਬਾਰੇ ਜਿੰਨਾ ਮਰਜ਼ੀ ਸੋਚੀ ਜਾਵਾਂ, ਜਿਤਨਾ ਮਰਜ਼ੀ ਸੋਚੀ ਜਾਵਾਂ ਸ਼ੇਖ ਚਿੱਲੀ ਦੇ ਵਾਂਗੂ, ਮੈਨੂੰ ਉਹਦਾ ਕੋਈ ਰਿਜ਼ਲਟ ਮਿਲਣ ਵਾਲਾ ਨਹੀਂ ਹੈ। ਹਾਂ, ਮੈਂ ਐਕਸਪੀਰੀਅੰਸ ਜ਼ਰੂਰ ਕਰਾਂਗੀ ਉਸ ਥਾਟ ਨਾਲ ਰਿਲੇਟਡ ਚੀਜ਼ਾਂ ਨੂੰ, ਲੇਕਿਨ ਉਹ ਐਕਸਪੀਰੀਅੰਸ ਮੇਰੇ ਐਕਸਪੀਰੀਅੰਸ ਹੋਣਗੇ, ਕਿਉਂਕਿ ਮੈਂ ਚਾਹਿਆ, ਮੈਂ ਚੂਜ਼ ਕੀਤਾ ਕਿ ਮੈਂ ਇਹ ਵਿਚਾਰ ਨੂੰ ਚੁਣਨਾ। ਔਰ क्योंकि मेरे अंदर भी तो ये ताकत है ना
ਥਾਟ ਨੂੰ ਮੈਨੀਫੈਸਟ ਕਰਨ ਦੀ, ਵਿੱਚ ਪਰਮਾਤਮਾ ਨੇ ਇਹ ਤਾਕਤ ਮੈਨੂੰ ਦਿੱਤੀ ਹੈ। ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀਗੀ ਆਪਣੇ, ਜਦੋਂ ਅਸੀਂ ਚੀਕੂ ਦਾ ਐਗਜ਼ਾਮਪਲ ਲਿਆ ਸੀ ਕਿ ਚੀਕੂ ਦੇ ਵਿੱਚ ਇਹ ਥਾਟ ਨਹੀਂ ਆਉਂਦਾ ਕਿ ਮੈਂ ਚੀਕੂ ਕਿਉਂ, ਮੈਂ ਸੰਤਰਾ ਕਿਉਂ ਨਹੀਂ ਬਣਿਆ, ਮੈਂ ਮੈਂਗੋ ਕਿਉਂ ਨਹੀਂ ਬਣਦਾ, ਮੈਨੂੰ ਇੰਨੇ ਸਾਲ ਥੱਲੇ ਕਿਉਂ ਰੱਖਣਾ, ਇੰਨੇ ਮਹੀਨੇ ਥੱਲੇ ਕਿਉਂ ਮੈਨੂੰ ਰਹਿਣਾ ਪੈ ਰਿਹਾ, ਕੋਈ ਥਾਟ ਨਹੀਂ ਹੈ। ਜੋ ਚੀਜ਼ ਚਲਦੀ ਜਾ ਰਹੀ ਉਹ ਫਲੋ ਦੇ ਵਿੱਚ ਹੋਈ ਜਾ ਰਿਹਾ। ਔਰ ਚੀਕੂ ਦਾ ਬੀਜ ਚੀਕੂ ਬਣ ਕੇ ਬੈਠਾ ਹੈ। ਇੱਕ ਅਸੀਂ ਗਾਰਡਨ ਦੇ ਵਿੱਚ ਜਾ ਕੇ ਦੇਖੀਏ, ਇੱਕ ਅੰਬ ਦਾ ਪੇੜ ਵੀ ਹੈ, ਦੂਸਰੇ ਪੇੜ, ਸਾਰੇ ਪੇੜ ਨੇ, ਸਾਰੇ ਆਪਣੀ ਆਪਣੀ ਜਗ੍ਹਾ ਤੇ ਖੁਸ਼ ਨੇ। ਕੁਝ ਦਿਨ ਫਲ ਦਿੰਦੇ ਨੇ, ਕੋਈ ਕੁਝ ਘੰਟੇ ਫਲ ਦਿੰਦੇ ਨੇ, ਕੁਝ ਕਿਨਾਂ ਦੀ, ਹਰ ਇੱਕ ਦੀ ਆਪਣੀ ਆਪਣੀ ਲਾਈਫ ਹੈ, ਲੇਕਿਨ ਕੋਈ ਕਿਸੇ ਨਾਲ ਇੰਟਰਫੇਅਰ ਨਹੀਂ ਕਰਦਾ। ਲੇਕਿਨ ਸਾਨੂੰ ਸੋਚਣ ਦੀ ਤਾਕਤ ਦਿੱਤੀ, ਅਸੀਂ ਸੋਚ ਸਕਦੇ ਹਾਂ। ਔਰ ਅਸੀਂ ਇਹ ਸੋਚਣ ਦੇ ਨਾਲ ਦੂਸਰੀਆਂ ਚੀਜ਼ਾਂ, ਕੰਪੈਰੀਜ਼ਨ ਔਰ ਇਹਨਾਂ ਸਭ ਚੀਜ਼ਾਂ ਦੇ ਵਿੱਚ ਲੋਕ ਸੋਚ ਕੇ ਉਲਟਾ ਸੋਚਣਾ ਸ਼ੁਰੂ ਕਰਦੇ ਨੇ, ਕਿਉਂਕਿ ਤਾਕਤ ਸੋਚਣ ਦੀ, ਵਿਚਾਰਨ ਦੀ ਸਾਡੇ ਕੋਲ ਹੈਗੀ ਹੈ। ਔਰ ਜਦੋਂ ਮੈਂ ਇਹ ਸੋਚਦੀ ਹਾਂ ਕਿ ਅਰੇ ਬਾਪ ਰੇ, ਗਰੀਬੀ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੀ ਹਾਂ, ਤੇ ਮੈਂ ਗਰੀਬੀ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦਿੰਦੀ ਹਾਂ, ਗਰੀਬੀ ਨੂੰ ਮੈਂ ਅਨੁਭਵ ਕਰਨਾ ਸ਼ੁਰੂ ਕਰ ਦਿੰਦੀ ਹਾਂ। ਕਿਉਂ? ਵਿਚਾਰ ਮੈਂ ਕ੍ਰੀਏਟ ਕੀਤਾ ਗਰੀਬੀ ਦਾ। ਜਦੋਂ ਮੈਂ ਬਿਮਾਰੀ ਦਾ ਵਿਚਾਰ ਕ੍ਰੀਏਟ ਕੀਤਾ, ਬਿਮਾਰੀ ਆਟੋਮੈਟਿਕਲੀ ਮੇਰੀ ਬੋਡੀ ਦੇ ਉੱਤੇ ਆ ਗਈ ਔਰ ਮੈਂ ਇਸ ਬਿਮਾਰੀ ਨੂੰ ਐਕਸਪੀਰੀਅੰਸ ਕੀਤਾ। ਜਦੋਂ ਮੈਂ ਇਹ ਸੋਚਿਆ ਕਿ ਅਰੇ ਬਾਪ ਰੇ, ਮੈਂ ਤਾਂ ਹੁਣ ਦਿਨੋਂ ਦਿਨ ਬੁੱਢੀ ਹੋਈ ਜਾ ਰਹੀ ਹਾਂ, ਮੇਰੀ ਏਜ ਵੱਧਦੀ ਚਲੀ ਜਾ ਰਹੀ ਹੈ, ਬੁਢਾਪੇ 'ਚ ਇਹ ਹੋ ਜਾਏਗਾ, ਬੁਢਾਪੇ 'ਚ ਇਹ ਹੋ ਜਾਏਗਾ, ਤਾਂ ਆਟੋਮੈਟਿਕਲੀ ਬੁਢਾਪਾ ਮੇਰੇ ਉੱਤੇ ਹਾਵੀ ਹੋਣਾ ਸ਼ੁਰੂ ਹੋ ਜਾਏਗਾ। ਏਜ ਦੇ ਨਾਲ ਮੈਂ ਆਪਣੇ ਆਪ ਨੂੰ ਗਿਣਾਂਗੀ, ਮੈਂ 60 ਸਾਲਾਂ ਦੀ ਹੋ ਗਈ, ਮੀਨਸ ਮੈਂ ਬੁੱਢੀ ਹੋ ਗਈ, ਹੁਣ ਮੇਰੇ 'ਚ ਇਹ ਕੰਮ ਕਰਨ ਦੀ ਤਾਕਤ ਨਹੀਂ, ਹੁਣ ਮੇਰੇ 'ਚ ਇਹ ਕੰਮ ਕਰਨ ਦੀ ਤਾਕਤ ਨਹੀਂ। ਆਟੋਮੈਟਿਕਲੀ ਮੈਂ ਉਹ ਆਪਣੀ ਬੋਡੀ ਦੇ ਅੰਦਰ ਉਸ ਚੀਜ਼ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦੇਂਗੀ, ਕਿਉਂਕਿ ਥਾਟ ਮੈਂ ਇਹ ਕ੍ਰੀਏਟ ਕੀਤਾ ਹੈ। ਔਰ ਅਗਰ ਮੈਂ ਸਮਝਦੀ ਹਾਂ ਕਿ ਕੋਈ ਮੈਨੂੰ ਪਿਆਰ ਨਹੀਂ ਕਰਦਾ, ਤਾਂ ਮੈਂ ਆਸੇ ਪਾਸੇ ਦੇਖਾਂਗੀ, ਮੈਨੂੰ ਇਹੋ ਜਿਹੀ ਘਟਨਾ ਹੋਣੀਆਂ ਸ਼ੁਰੂ ਹੋ ਜਾਣਗੀਆਂ, ਮੈਨੂੰ ਜੋ ਦੱਸਣਗੀਆਂ ਕਿ ਵਾਕਈ ਫਲਾਣਾ ਬੰਦਾ ਵੀ ਮੈਨੂੰ ਨਫ਼ਰਤ ਕਰ ਰਿਹਾ, ਉਹ ਵੀ ਮੈਨੂੰ ਪਸੰਦ ਨਹੀਂ ਕਰਦਾ, ਉਹ ਵੀ ਮੈਨੂੰ ਪਸੰਦ ਨਹੀਂ ਕਰਦਾ। ਆਟੋਮੈਟਿਕਲੀ ਉਹ ਚੀਜ਼ਾਂ ਐਕਸਪੀਰੀਅੰਸ ਮੈਂ ਕਰਨਾ ਸ਼ੁਰੂ ਕਰ ਦਾਂਗੀ, ਇਹੋ ਜਿਹੀ ਘਟਨਾਵਾਂ ਮੇਰੇ ਆਸੇ ਪਾਸੇ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਅਸੀਂ ਇਹ ਕਹਾਂਗੇ ਕਿ ਮੈਂ ਅਨਹੈਪੀ ਹਾਂ, ਮੈਂ ਖੁਸ਼ ਨਹੀਂ ਹਾਂ, ਤੇ ਉਹੋ ਜਿਹੇ ਸੀਨ ਮੇਰੇ ਸਾਹਮਣੇ ਆ ਜਾਣਗੇ। ਔਰ ਅਸੀਂ ਸੋਚਦੇ ਹਾਂ ਕਿ ਲੋਕੀ ਮੈਨੂੰ ਦੁੱਖ ਪਹੁੰਚਾ ਰਹੇ ਨੇ, ਤੇ ਆਸੇ ਪਾਸੇ ਮੇਰੇ ਲੋਕੀ ਆ ਜਾਣਗੇ ਮੈਨੂੰ ਦੁੱਖ ਪਹੁੰਚਾਉਣ ਵਾਸਤੇ। ਇਹ ਅਸੀਂ ਪਹਿਲੇ ਸਭ ਚੀਜ਼ਾਂ ਕਰ ਚੁੱਕੇ ਹਾਂ। ਤੇ ਕਹਿਣਾ ਕੀ ਚਾਹ ਰਹੇ ਨੇ ਕਿ ਇਹ ਮੈਂ ਚੂਜ਼ ਕੀਤੇ ਨੇ, ਇਹ ਵਾਲੇ ਸਾਰੇ ਥਾਟ ਮੈਂ ਚੂਜ਼ ਕੀਤੇ ਨੇ, ਇਹ ਈਸ਼ਵਰ ਦੇ ਥਾਟ ਨਹੀਂ ਹੈ, ਇਹ ਮੇਰਾ ਐਕਸਪੀਰੀਅੰਸ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਮੈਂ ਐਕਸਪੀਰੀਅੰਸ ਕਰ ਰਹੀ ਹਾਂ ਉਹ त्रिकाल सच है, वो हमेशा लिए ट्रुथ है, वो सच्चाई नहीं है, वो मेरी सच्चाई है, मैं फील कर रही हूँ, लेकिन ये मेरा अनुभव है, ये सच्चाई नहीं है। मैं एक्सपीरियंस वही करांगी जो मैं सोच रही हूँ, वही मैंने अपने जीवन दे विच और अपने आसे पासे दे एरिया दे विच दिखाई देने वाला है। क्योंकि असी परमात्मा दी इमेज दे विचों बने आ, जिस तरह परमात्मा आप है उस तरीके नाल उन्हें सानू बनाया। और परमात्मा ने एक सिंगल थॉट दे नाल पूरा संसार, पूरा ब्रह्मांड, पूरा यूनिवर्स बना दिता, और उससे सिंगल थॉट दे नाल उसने मैनू भी बनाया, मेरे अंदर भी आ देती। इस करके मैं जो सोचदी हां उन्नू क्रिएट कर लैनी आ, या कर लैने आ असी सारे जने। हुण असी की करना है, इस हफ्ते असी जो हुण सीखना है वो की सीखना है कि असी उसी चीज नू मैनीफेस्ट करिए जो असी, मेरी इच्छा है, जो मैं चाहनी हाँ कि मेरी जिंदगी च मेरे कोल होए, जिहड़ी भी मेरी इच्छा है, उस इच्छा नू मैं किस तरह अपने जीवन दे विच लैके आना है, हुंदे हुए देखना है, मैनीफेस्ट किस तरह करना है, ए मैं एक्सपीरियंस करना है, और ए मैं किस तरह करना है, इहनू हुण मैं सीखना है। ताकि असी हुण इहदे च इस कोर्स दे विच, इस चैप्टर दे विच असी की सीखांगे कि असी अचनचेत ही इहो जिहा एक्शन कर लईए जिहदे नाल मैनू ईश्वर दी क्वालिटीज, या जो मैं चीज डिजायर की है, जो मेरी इच्छा है, उन्होंने मैं अनुभव करा। क्योंकि असीं समझिया की है कि विचार आंदा है और एक्शन हो जाता है, चाहे उस विचार का मैनू पता चले या ना पता चले। कई बारी वो विचार इतना छोटा जिहा उहदे च आंदा कि मेरे एक्शन च आ जांदा, मैनू एक्शन दिखाई देंदा, विचार आया मैनू पता ही नहीं चला। या मैं जिस तरह मैनू हाथ हिला रही हाँ, अंदरों एक्चुअली विचार आया कि अच्छा हुण मैनू यह चीज इस तरह, क्योंकि देखो कि हाथ की मेरी मूवमेंट भी किस तरह हो रही है, जिस तरीके दे नाल मेरे बोल चल रहे हैं, अगर मैं किसी चीज में प्रेशर पाना या कुछ भी करना तो उस तरीके दे नाल मेरे हाथ दी मूवमेंट्स
ਹੋਈ ਜਾ ਰਹੀ, ਯਾਨੀ ਵਿਚਾਰ ਆਈ ਜਾ ਰਹੇ ਔਰ ਐਕਸ਼ਨ ਹੋਈ ਜਾ ਰਹੇ ਨੇ। ਤਾਂ ਸਪੌਂਟੇਨੀਅਸ ਐਕਸ਼ਨ ਜਦੋਂ ਮੈਂ ਲੈ ਰਹੀ ਹਾਂ ਤੇ ਉਸ ਦੇ ਪਿੱਛੇ ਮੇਰਾ ਜਿਹੜਾ ਥਾਟ ਪ੍ਰੋਸੈਸ ਹੈ, ਐਕਸ਼ਨ ਕਿਸ ਤਰ੍ਹਾਂ ਅਚਨਚੇਤੀ ਮੇਰਾ ਖੂਬਸੂਰਤ ਹੋ ਜਾਏ, ਈਸ਼ਵਰ ਦੇ ਵਿਚਾਰਾਂ ਦੇ ਨਾਲ ਜੁੜਿਆ ਹੋਇਆ ਹੋ ਜਾਏ, ਐਕਸ਼ਨ ਔਰ ਵਿਚਾਰ ਮੇਰੇ ਈਸ਼ਵਰ ਦੇ ਨਾਲ ਕਿਸ ਤਰ੍ਹਾਂ ਜੁੜੇ ਹੋਏ ਹੋ ਜਾਣ, ਇਹ ਹੁਣ ਮੈਂ ਇਹਦੇ ਚੋਂ ਸਿੱਖਣਾ ਹੈ। ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੋਏਗਾ ਹਮੇਸ਼ਾ ਕਿ ਅਸੀਂ ਸੋਚਦੇ ਨਹੀਂ ਆ, ਵਿਚਾਰ ਨਹੀਂ ਆਉਂਦਾ, ਮੈਂ ਐਕਟ ਕਰ ਦੇਣੀ ਆ। ਐਕਚੁਅਲੀ ਇਹ ਸਭ ਤੋਂ ਰੋਂਗ ਬਿਲੀਫ ਹੈ, ਮਿਥ ਹੈ। ਹੁੰਦਾ ਕੀ ਹੈ, ਇਹ ਸੱਚ ਹੋ ਵੀ ਨਹੀਂ ਸਕਦਾ, ਕਿਉਂਕਿ ਅਸੀਂ ਜੋ ਸੋਚ ਰਹੇ ਹੁੰਨੇ ਆ ਉਹ ਕਿੱਥੋਂ ਸੋਚ ਰਹੇ ਆ? ਐਕਸ਼ਨ ਦੇ ਵਿੱਚ। ਐਕਸ਼ਨ ਕੀ ਕਰਾਂਗੇ, ਮੇਰਾ ਕਿਹੜਾ ਐਕਸ਼ਨ ਹੋਏਗਾ? ਅਸੀਂ ਡੂਇੰਗ ਦੇ ਵਿੱਚ ਰਹਿ ਕੇ ਸੋਚ ਰਹੇ ਹੁੰਨੇ ਆ ਮੈਂ ਕੀ ਕਰਾਂਗੀ, ਇਹ ਕਿਸ ਤਰ੍ਹਾਂ ਹੋਏਗਾ। ਯਾਨੀ ਡੂਇੰਗ ਦੀ ਅਵਸਥਾ ਦੇ ਵਿੱਚ ਜਦੋਂ ਮੈਂ ਹੁੰਨੀ ਆ, ਜਦੋਂ ਮੇਰੇ ਸਾਰੇ ਵਿਚਾਰ, ਅਸੀਂ ਇੱਕ ਸੈਕਿੰਡ ਅੱਖ ਬੰਦ ਕਰਕੇ ਦੇਖੀਏ ਕਿ ਮੈਂ ਕੋਈ ਵੀ ਵਿਚਾਰ ਮੇਰਾ ਚੱਲ ਰਿਹਾ ਉਹ ਕਿੱਥੋਂ ਚੱਲ ਰਿਹਾ, ਡੂਇੰਗ ਦੇ ਵਿੱਚ ਮੈਂ ਇਹ ਕਰਾਂਗੀ, ਇਸ ਤਰ੍ਹਾਂ ਹੋਏਗਾ। ਜਾਂ ਸ਼ੇਖ ਚਿੱਲੀ ਦੀ ਕਹਾਣੀ ਜਿਹੜੀ ਅਸੀਂ ਜਿੱਥੋਂ ਸਟਾਰਟ ਕੀਤੀ ਹੈ ਉੱਥੋਂ ਹੀ ਅਸੀਂ ਪਕੜ ਲਈਏ ਕਿ ਮੈਨੂੰ ਪੈਸੇ ਮਿਲਣਗੇ, ਫਿਰ ਮੈਂ ਵੇਚਾਂਗਾ, ਫਿਰ ਇਹ ਕਰਾਂਗਾ, ਫਿਰ ਉਹ ਕਰਾਂਗਾ। ਯਾਨੀ ਸਾਰੇ ਵਿਚਾਰ ਜਿਹੜੇ ਚੱਲ ਰਹੇ ਨੇ ਉਹ ਡੂਇੰਗ ਦੇ ਵਿੱਚ ਨੇ। ਬੀਇੰਗ ਦੇ ਵਿੱਚ ਰਹਿ ਕੇ ਅਸੀਂ ਵਿਚਾਰ ਨਹੀਂ ਕਰਦੇ ਕਿ ਅੱਛਾ ਬਾਬਾ ਜੀ ਮੈਨੂੰ ਇਹ ਕੰਮ ਮਿਲ ਗਿਆ, ਇਹ ਵਾਲਾ ਮਟਕੇ ਨੂੰ ਇੱਥੇ ਲੈ ਕੇ ਜਾਂਦਾ, ਤੇ ਤੇਰੀ ਕਿਰਪਾ, ਭਰਪੂਰਤਾ ਦਾ ਅਹਿਸਾਸ, ਉਸ ਭਰਪੂਰਤਾ ਦੇ ਅਹਿਸਾਸ ਦੇ ਵਿੱਚ ਉਹ ਫੀਲ ਕਰਦਾ, ਉਸ ਚੀਜ਼ ਨੂੰ ਫੀਲ ਕਰਦਾ, ਔਰ ਫਿਰ ਐਕਸ਼ਨ ਆਟੋਮੈਟਿਕਲੀ ਜਿਹੜੇ ਵੀ ਹੋਈ ਜਾਣੇ ਸੀ ਆਟੋਮੈਟਿਕਲੀ ਠੀਕ ਹੋਈ ਜਾਣੇ ਸੀ। ਲੇਕਿਨ ਔਰ ਹੋਣੇ ਡੂਇੰਗ ਦੇ ਵਿੱਚੋਂ ਹੀ ਸੀ, ਲੇਕਿਨ ਅਵਸਥਾ ਕਿਹੜੀ ਹੋਣੀ ਸੀ? ਬੀਇੰਗ ਦੀ ਅਵਸਥਾ। ਉਸ ਅਵਸਥਾ ਤੋਂ ਇਹਦੇ ਚ ਡੂਇੰਗ ਦੀ ਅਵਸਥਾ, ਯਾਨੀ ਮੈਂ ਕਰਾਂਗੀ, ਮੇਰੇ ਕੋਲੋਂ ਹੋਏਗਾ। ਔਰ ਇਹ ਬੀਇੰਗ ਦੇ ਵਿੱਚ ਜਦੋਂ ਅਸੀਂ ਜੋ ਹਾਂ, ਜੋ ਉਸ ਸਿੰਗਲ ਥਾਟ ਦੇ ਨਾਲ ਰਿਲੇਟਡ ਜੋ ਕੁਆਲਿਟੀਜ਼ ਨੇ, ਜਦੋਂ ਉਹਦੇ ਨਾਲ ਮੈਂ ਰਿਲੇਟ ਹੋ ਜਾਵਾਂਗੀ ਤੇ ਜਿਹੜੇ ਐਕਸ਼ਨਸ ਹੋਣਗੇ ਉਹ ਉਸੇ ਹਿਸਾਬ ਦੇ ਨਾਲ ਹੋਣੇ ਸ਼ੁਰੂ ਹੋ ਜਾਣਗੇ। ਯਾਨੀ ਸਾਨੂੰ ਲੱਗ ਰਿਹਾ ਹੈ ਕਿ ਸਾਡਾ ਥਾਟ ਔਰ ਐਕਸ਼ਨ ਇੱਕ ਹੈ, ਲੇਕਿਨ ਐਕਚੁਅਲੀ ਪਹਿਲੇ ਵਿਚਾਰ ਆਉਂਦਾ ਹੈ, ਫਿਰ ਐਕਸ਼ਨ ਹੋ ਜਾਂਦਾ ਹੈ ਬਹੁਤ ਜਲਦੀ, ਔਰ ਇਹ ਬਹੁਤ ਜਲਦੀ ਜਲਦੀ ਹੁੰਦਾ ਹੈ। ਅਸੀਂ ਇੱਕ ਟਾਈਮ ਜਦੋਂ ਮੈਂ ਨੇਚਰ ਕਿਉਰ ਸੈਂਟਰ ਦੇ ਵਿੱਚ ਗਈ ਸੀ, ਉਹਦੇ ਚ ਉਹਨਾਂ ਨੇ ਸਾਨੂੰ ਇਹ ਚੀਜ਼ ਦੀ ਪੂਰੀ ਮੂਵੀ ਦਿਖਾਈ ਸੀ, ਪਿਕਚਰ ਦਿਖਾਈ ਸੀ ਪੂਰੇ ਉਹਦੇ ਉੱਤੇ, ਕਿ ਕਿਸ ਤਰੀਕੇ ਨਾਲ ਇੱਕ ਸਿੰਗਲ ਥਾਟ ਕੀ ਅਰੇ ਇਹ ਕਿਸ ਤਰ੍ਹਾਂ ਮੇਰੇ ਸਾਹਮਣੇ ਆ ਗਿਆ, ਇਹ ਵਿਚਾਰ ਆਇਆ, ਔਰ ਉਸ ਵਿਚਾਰ ਦੇ ਨਾਲ ਤੁਰੰਤ ਮੇਰੇ ਪੂਰੀ ਬਾਡੀ ਦੇ ਅੰਦਰ ਕਿਹੜੇ ਚੇਂਜਸ ਆ ਗਏ, ਔਰ ਕਿਸ ਤਰ੍ਹਾਂ ਮੈਂ ਐਕਸ਼ਨ ਕਰ ਦਿੱਤਾ। ਮੇਰੇ ਬੋਲਣ ਨੂੰ ਟਾਈਮ ਜਾ ਰਿਹਾ ਹੈ, ਲੇਕਿਨ ਅੰਦਰ ਮੇਰੀ ਬਾਡੀ ਦੇ ਅੰਦਰ ਉਹ ਸਿਸਟਮ ਇਤਨੀ ਜਲਦੀ ਫਾਸਟ ਕੰਮ ਕਰ ਦਿੰਦਾ ਹੈ ਕਿ ਕਦੋਂ ਮੇਰੀ ਬਾਡੀ ਕੋਲੋਂ ਐਕਸ਼ਨ ਹੋ ਜਾਂਦਾ ਮੈਨੂੰ ਪਤਾ ਹੀ ਨਹੀਂ ਚੱਲਦਾ। ਲੇਕਿਨ ਉਹ ਪੂਰਾ ਦਾ ਪੂਰਾ ਉਹਨਾਂ ਨੇ ਸਿਸਟਮ 2 ਸੈਕਿੰਡ ਦੀ ਚੀਜ਼ ਨੂੰ ਦਿਖਾਉਣ ਲਈ 2 ਮਿੰਟ ਤੋਂ ਜ਼ਿਆਦਾ ਲੱਗ ਗਏ ਉਹਨਾਂ ਨੂੰ, ਪੂਰਾ ਉਹਨਾਂ ਨੇ ਉਹ ਬਣਾ ਕੇ ਸਾਨੂੰ ਦਿਖਾਇਆ ਸੀ। ਤਾਂ ਬਹੁਤ ਖੂਬਸੂਰਤ ਜਿਹਾ ਐਕਸਪੀਰੀਅੰਸ ਸੀਗਾ ਜਿਹੜਾ ਜਦੋਂ ਅਸੀਂ ਇਸ ਚੀਜ਼ ਦਾ ਉਦੋਂ ਕੀਤਾ ਸੀਗਾ। ਔਰ ਇਹ ਕਹਿ ਰਹੇ ਨੇ ਕਿ ਜਿਹੜੀ ਇਹ ਕਿਰਿਆ ਹੋ ਰਹੀ ਹੈ ਇਹ ਸਾਡੀ ਹੋਣੀ ਸ਼ੁਰੂ ਹੋ ਜਾਏ ਆਟੋਮੈਟਿਕਲੀ, ਕਿਹਦੇ ਨਾਲ? ਜਦੋਂ ਅਸੀਂ ਈਸ਼ਵਰ ਦੇ ਵਿਚਾਰ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜ ਲਾਂਗੇ, ਤਾਂ ਇਹ ਜਿਹੜੀ ਕਿਰਿਆ ਹੋ ਰਹੀ ਹੈ ਐਕਸ਼ਨ ਦੀ, ਆਟੋਮੈਟਿਕਲੀ ਇਹ ਹੋਣੀ ਸ਼ੁਰੂ ਹੋ ਜਾਏ। ਇਸੇ ਤਰੀਕੇ ਨਾਲ ਜਦੋਂ ਉਸਦਾ ਵਿਚਾਰ, ਈਸ਼ਵਰ ਦਾ ਵਿਚਾਰ ਸਾਡੇ ਅੰਦਰ ਬੱਬਲ ਕਰਕੇ ਤੁਰੰਤ ਬਾਹਰ ਨਿਕਲ ਕੇ ਆਏਗਾ, ਉਦੋਂ ਕੀ ਹੋਏਗਾ? ਸਾਡੇ ਕੋਲੋਂ ਅਚਨਚੇਤ ਹੀ ਉਹ ਜਿਹੇ ਕੰਮ ਹੋਣੇ ਸ਼ੁਰੂ ਹੋ ਜਾਣਗੇ। ਅਚਨਚੇਤ, ਮੈਨੂੰ ਕੁਝ ਕਰਨਾ ਨਹੀਂ ਪਏਗਾ ਉਹਦੇ ਲਈ, ਆਟੋਮੈਟਿਕਲੀ ਮੇਰੇ ਬਾਡੀ ਤੋਂ ਉਹ ਜਿਹੇ ਐਕਸ਼ਨ ਸ਼ੁਰੂ ਹੋ ਜਾਣਗੇ। ਔਰ ਫਿਰ ਅਸੀਂ ਦੇਖਾਂਗੇ ਕਿ ਸਾਡੀ ਜਿਹੜਾ ਜੀਵਨ ਹੈ ਉਹ ਆਰਾਮ ਦੇ ਨਾਲ ਇੱਕ ਸਮੂਥਲੀ ਇੱਕ ਜਿਸ ਤਰ੍ਹਾਂ ਕਹਿੰਦੇ ਨਦੀ ਦੀ ਧਾਰਾ ਆਰਾਮ ਦੇ ਨਾਲ ਬਹਿੰਦੀ ਚਲੀ ਜਾ ਰਹੀ ਹੈ, ਉਸੇ ਤਰੀਕੇ ਨਾਲ ਸਾਡਾ ਜੀਵਨ ਬਹਿਣਾ ਸ਼ੁਰੂ ਹੋ ਜਾਏਗਾ। ਸਾਨੂੰ ਫਿਰ ਸੋਚਣਾ ਨਹੀਂ ਪਏਗਾ ਕਿ ਹੁਣ ਮੈਂ ਅਗਰ ਅਬੰਡੈਂਸ ਦੀ ਅਵਸਥਾ ਦੇ ਵਿੱਚ ਸ਼ੇਖ ਚਿੱਲੀ ਹੁੰਦਾ, ਫਿਰ ਉਹਨੂੰ ਸੋਚਣਾ ਨਹੀਂ ਪੈਣਾ ਸੀ ਕਿ ਮੈਂ ਇਹ ਕਰਾਂਗਾ, ਇਹ ਕਰਾਂਗਾ, ਇਹ ਕਰਾਂਗੇ ਨਹੀਂ। ਆਟੋਮੈਟਿਕਲੀ ਉਹਨੇ ਅਬੰਡੈਂਸ ਦੀ ਅਵਸਥਾ ਦੇ ਵਿੱਚ ਜਾ ਕੇ ਸਥਿਤ ਹੋ ਜਾਣਾ ਸੀ। ਆਟੋਮੈਟਿਕਲੀ ਹਰ ਚੀਜ਼, ਹਰ ਐਕਸ਼ਨ ਆਟੋਮੈਟਿਕਲੀ ਉਸ ਅਵਸਥਾ ਤੋਂ ਆਪਣੇ ਆਪ ਹੋਈ ਜਾਣਾ ਸੀ। ਹੋਣਾ ਡੂਇੰਗ ਦੇ ਵਿੱਚ ਸੀ, ਲੇਕਿਨ ਉਹ ਆਟੋਮੈਟਿਕਲੀ ਹੋਈ ਤੁਰੀ ਜਾਣਾ ਸੀ। ਇਹ ਚੀਜ਼ ਹੋ ਜਾਣੀ ਸੀ। ਸਾਨੂੰ ਕਿਉਂਕਿ ਫਿਰ ਅਸੀਂ ਬਲਾਈਂਡਲੀ ਜੰਪ ਲੈ ਸਕਦੇ ਹਾਂ ਨਾ, ਸਾਨੂੰ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਇਹ ਕਰਾਂਗਾ ਤੇ ਇਹਦਾ ਇਹ ਫਾਇਦਾ ਹੋਏਗਾ, ਇਹ ਨੁਕਸਾਨ, ਕੁਝ ਨਹੀਂ ਕਰਨ ਦੀ ਜ਼ਰੂਰਤ। ਕਿਉਂ? ਮੈਂ ਸਿੰਗਲ ਥਾਟ ਈਸ਼ਵਰ ਦੇ ਵਿਚਾਰ ਦੇ ਨਾਲ ਜੁੜੀ ਹੋਈ ਹਾਂ। ਲੇਕਿਨ ਜਦੋਂ ਅਸੀਂ ਆਪਣੀ ਸਿੰਗਲ ਵਿਚਾਰ ਦੇ ਨਾਲ ਜੁੜਦੇ ਹਾਂ, ਜਿਸ ਤਰ੍ਹਾਂ ਸ਼ੇਖ ਚਿੱਲੀ ਜੁੜ ਗਿਆ ਆਪਣੇ ਸਿੰਗਲ ਵਿਚਾਰ ਦੇ ਨਾਲ, ਉਦੋਂ ਸਾਨੂੰ ਦਿਮਾਗ ਦੇ ਵਿੱਚ ਐਕਚੁਅਲੀ ਪਤਾ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ।
ਜਿਹੜਾ ਮੈਂ ਐਕਸ਼ਨ ਹੋ ਰਿਹਾ ਉਹ ਕਿੱਥੋਂ ਹੋ ਰਿਹਾ, ਕਿਉਂਕਿ ਡੂਇੰਗ ਤੋਂ ਹੋ ਰਿਹਾ ਨਾ। ਉਹ ਹੁਣ ਰਿਜ਼ਲਟ ਕੀ ਲੈ ਕੇ ਆਏਗਾ, ਐਂਡ ਰਿਜ਼ਲਟ ਉਹਦਾ ਕੀ ਆਏਗਾ, ਇਸ ਦੇ ਬਾਰੇ ਮੈਨੂੰ ਕੁਝ ਨਹੀਂ ਪਤਾ, ਮੇਰੇ ਦਿਮਾਗ ਨੂੰ ਕੁਝ ਨਹੀਂ ਪਤਾ, ਕਿਉਂਕਿ ਉੱਥੇ ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈ, ਕੁਝ ਵੀ ਨਹੀਂ ਹੈ, ਉਹਨੂੰ ਕੁਝ ਨਹੀਂ ਪਤਾ ਕਿ ਐਂਡ ਰਿਜ਼ਲਟ ਕੀ ਹੋਏਗਾ ਮੇਰੇ ਇਸ ਸਿੰਗਲ ਵਿਚਾਰ ਦਾ। ਕਿਉਂਕਿ ਇਹ ਹਮੇਸ਼ਾ ਸਿੱਧੇ ਰਸਤੇ ਤੇ ਵੀ, ਮਤਲਬ ਰਾਈਟ ਐਕਸ਼ਨ ਹੀ ਮੇਰਾ ਹੋਏਗਾ, ਇਹ ਹਮੇਸ਼ਾ ਪੋਸੀਬਲ ਨਹੀਂ ਹੈ। ਹੋ ਸਕਦਾ ਹੈ ਕਿਸੇ ਟਾਈਮ तीर तुक्का लग जाए, मेरा एक्शन ठीक निकल जाए, लेकिन तुक्का लग सकता है, पॉसिबिलिटी नहीं है। लेकिन क्योंकि बहुत सारिया चीज़ां ने जिन्हां दे बारे मेरा दिमाग जान नहीं रहा हुंदा, क्योंकि वो मैं सोचिया हुई चीज़ां ने, मेरी बुद्धि तो आईयां हुई चीज़ां ने। लेकिन सानू याद की रखना है कि असी जिहड़े हैगे आ, साडे अंदर ईश्वर दा जिहड़ा यह गुण है कि परमात्मा सब कुछ जानता है, ऑल नोइंग इंटैलीजेंस है। परमात्मा नू सब कुछ पता है। और ए जो उस क्वालिटी जिहड़ी परमात्मा दी है, वो बाय डिफॉल्ट मेरी भी तो है ना, जिहड़ी परमात्मा सब कुछ जानता है, पर तू करता सब कुछ जानदा, सब कुछ जानता है। तो यह जो सिंगल थॉट है ਉਹਦੇ ਨਾਲ ਇਹ ਵੀ ਉਹਦਾ ਗੁਣ ਹੈ ਕਿ ਉਹ ਆਲ ਨੋਇੰਗ ਇੰਟੈਲੀਜੈਂਸ ਹੈ, ਸਭ ਕੁਝ ਅਕਾਲ ਪੁਰਖ ਜਾਣਦਾ ਹੈ। ਔਰ ਜਦੋਂ ਅਸੀਂ ਈਸ਼ਵਰ ਦੇ ਇਸ ਵਿਚਾਰ ਦੇ ਨਾਲ ਟਿਊਨਡ ਹੋ ਜਾਂਦੇ ਹਾਂ, ਜਾਨੋ ਅਬੰਡੈਂਸ ਦਾ ਈਸ਼ਵਰ ਦਾ ਵਿਚਾਰ ਹੈ, ਜਦੋਂ ਮੈਂ ਅਬੰਡੈਂਸ ਦੇ ਨਾਲ ਟਿਊਨਡ ਹੋ ਜਾਂਦੀ ਹਾਂ ਜਾਂ ਟਿਊਨਡ ਹੋ ਜਾਂਦੀ ਹਾਂ, ਤੇ ਇਸ ਆਲ ਨੋਇੰਗ ਇੰਟੈਲੀਜੈਂਸ ਆਟੋਮੈਟਿਕਲੀ ਉਹਦੇ ਨਾਲ आके जुड़ जाएगी, और हैपनिंग दे विच चीज़ां ऑटोमैटिकली होनियां शुरू हो जाएंगी, चाहे मैं उन्होंने जानती हाँ या नहीं जानती, लेकिन मेरी ट्यूनिंग बैठ गई उस सिंगल थॉट के नाल, अबंडेंस के नाल, तो ऑटोमैटिकली अगले स्टेप ऑटोमैटिकली वो जे आने शुरू हो जाएंगे। और ऑटोमैटिकली एक्शन भी फिर उस हिसाब नाल मेरे राइट एक्शन मेरे बॉडी चो अपने आप होने शुरू हो जाएंगे। और किसी जगह दे उत्ते असी सानू सोचना पएगा और एक्शन दे बारे, और सानू करना पएगा, लेकिन डेलीबरेटली ज्यादा करके साडे कोलों एक्शन ऑटोमैटिकली अपने आप हुंदे चले जाणगे, क्योंकि असी उस अकाल पुरख दे नाल ट्यून्ड है। हुण जिहड़ा राइट एक्शन अगर असी कह लईए, राइट एक्शन जिहड़ा असी कह लईए, जिहड़ा कि क्योंकि एक्शन एक्सपीरियंस दा थॉट आंदा है, उस तो बाद एक्शन सानू लगदा है कि सॉरी विचार आंदा है, उस तो बाद एक्शन हो जाता है। तो जिहड़ा साडा राइट एक्शन है, जिसने कि सानू अकाल पुरख दे ईश्वर दे सारे गुणां दे नाल सानू एक्सपीरियंस करवाना है, यानी हैप्पीनेस, आनंद, लव, जॉय, एक कहंदे ना सहज अवस्था जिन्हों कह देने आ, भरपूरता, जिहड़ा नॉन जजमेंटल है, जिहड़ा असीं किसी नूं जज नहीं करते, जो जिस तरह है एज इट इज, असीं किसी नूं जज नहीं कर रहे, जिहड़ी जेंटलनेस है, विनम्रता है, पीस है, शांति है, जिहड़ी ऊर्जा है साडे अंदर, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਟੋਮੈਟਿਕਲੀ ਉਹਨਾਂ ਗੁਣਾਂ ਦੇ ਵਿੱਚੋਂ ਨਿਕਲਣ ਕੇ ਆਣਗੀਆਂ। ਇਟ ਇਜ਼ ਰਾਈਟ ਐਕਸ਼ਨ। ਇਹ ਜਿਹੜਾ ਸਾਡਾ ਰਾਈਟ ਐਕਸ਼ਨ ਹੈ, ਇਹ ਸਾਨੂੰ जितनियां भी मेरिया कल्पनावां ने इन्हां तो दूर लैके चला जाएगा। और जेड़े मेरे कल्पना दे विच डर, चिंता, इनसिक्योरिटी, अकल्लापन, खालीपन, गरीबी दा एहसास या बीमारियां, ये जेड़ी इहो जिहियां चीज़ां ने, और इन्हां तो मैनू दूर कर देगा ऑटोमैटिकली, और सानू किहदी तरफ लैके चला जाएगा, अबंडेंस की तरफ। और मैं सोसाइटी के काम किस तरह आ सकती है, संसार के काम किस तरह आ सकती है, समाज के काम किस तरह आ सकती है, ऑटोमैटिकली मेरी बॉडी चो यह चीज़ां फ्लो होनियां शुरू हो जाएंगियां। और यह जिहड़ा एक्शन होएगा, यह मैनू एक भरपूरता का एहसास, संतुष्टि का एहसास है जिहड़ा है, यह मैनू देण वाला है। असी अज इत्थे इस चीज़ नूं करदे हां, इसे नूं करदे हां। अगे तो असी क्रिएटिंग फार्मूला जिहड़ा है वो असी कल करांगे, लेकिन इस चीज़ नूं असी थोड़ा जिन्ना होर समझ लईए कि अगर मैं डूइंग आत्मा दे ओहदे नाल कर रही हां, तो ऑटोमैटिकली मेरे अंदरों जिहड़ियां चीज़ां आणगियां वो वैसियां ही आनियां शुरू हो जाणगियां, परमात्मा दे सिंगल थॉट दे नाल। अगर असी गुरबानी दे ओहदे चों इन्हां चीज़ां नूं अगर असी जाके देखांगे, ते गुरबानी दे विच सिंगल थॉट नाल रिलेटेड, अगर मैं वसंत की माल देख रही सीगी,
ਬਸੰਤ ਕੀ ਵਾਰ ਦੇ ਵਿੱਚ ਪੂਰਾ ਦਾ ਪੂਰਾ ਬਸੰਤ ਕੀ ਵਾਰ ਦੇ ਵਿੱਚ ਵਿਚਾਰ ਕਰ ਕਰਕੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਦੱਸਿਆ ਹੋਇਆ ਹੈ। ਅਗਰ ਅਸੀਂ ਵਿਚਾਰ ਤੋਂ ਹੀ ਅਗਰ ਸਿੰਪਲ ਗੱਲ ਕਰ ਲਈਏ, ਮੋਟੇ ਤੌਰ ਦੇ ਉੱਤੇ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੱਲ ਕਰੀਏ, ਜਿਹੜਾ ਕਿ ਸਾਡਾ ਮੇਨ ਹੈ, ਅੰਮ੍ਰਿਤਸਰ ਦੀ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਥੌਟ ਦੇ ਨਾਲ ਜੋੜਾਂਗੇ ਤੇ ਚੀਜ਼ਾਂ ਕ੍ਰੀਏਟ ਹੋਣਗੀਆਂ। 5 ਸਰ ਨੇ ਅੰਮ੍ਰਿਤਸਰ ਦੇ ਵਿੱਚ, ਸੰਤੋਖ ਸਰ, ਵਿਵੇਕ ਸਰ, ਕੌਲ ਸਰ, ਰਾਮ ਸਰ ਔਰ ਅੰਮ੍ਰਿਤਸਰ ਜਿਹੜਾ ਮੇਨ ਗੋਲਡਨ ਟੈਂਪਲ ਹੈ। ਵਿਚਾਰ ਕੀ ਸੀ? 5 ਸਰੋਵਰ ਦਾ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਜਿਹੜੇ ਲੋਕੀ ਇਸ਼ਨਾਨ ਕਰਦੇ ਸੀ, ਉਹ ਕੀ ਕਰਦੇ ਸੀ? ਇਹਨਾਂ 5 ਸਰੋਵਰਾਂ ਦਾ ਇਸ਼ਨਾਨ ਕਰਦੇ ਸੀ। ਸਾਨੂੰ ਕਿਹਾ ਗਿਆ ਕਿ 5 ਇਸ਼ਨਾਨ है ना, 5 इशनान ਜਿਹੜੇ ਲੋਕੀ ਪਹਿਲੇ ਮੈਂ ਸੁਣਦੀ ਹੁੰਦੀ ਸੀ ਆਪਣੇ ਬਚਪਨ ਚ ਆਪਣੀ ਨਾਨੀ ਦੇ ਮੂੰਹ ਤੋਂ, 5 ਇਸ਼ਨਾਨ ਕਰਨੇ ਚਾਹੀਦੇ, ਯਾਨੀ 5 ਸਰੋਵਰਾਂ ਦਾ ਇਸ਼ਨਾਨ ਕਰਨਾ ਚਾਹੀਦਾ। ਔਰ ਕਿਸੇ ਟਾਈਮ ਉਹਨਾਂ ਦੀ ਮਰਜ਼ੀ ਸੀ, ਉਹ ਕਰਦੇ ਵੀ ਹੁੰਦੇ ਸੀ, ਲੇਕਿਨ ਚਲੋ ਜੋ ਵੀ, ਲੇਕਿਨ ਇਹ ਉਹ ਕਰਦੇ ਹੁੰਦੇ ਸੀਗੇ। ਔਰ ਸੁਣਿਆ ਸੀ ਮੈਂ ਆਪਣੀ ਨਾਨੀ ਦੇ ਕੋਲੋਂ ਕਿ 5 ਸਰੋਵਰ ਨੇ, 5 ਇਸ਼ਨਾਨ ਨੇ। ਔਰ ਹੁਣ 5 ਇਸ਼ਨਾਨ ਕੀ ਨੇ? ਅਗਰ ਮੈਂ ਸੰਤੋਖ ਸਰ ਦੇ ਵਿੱਚ ਗਈ, ਸੰਤੋਖ ਸਰ ਸਭ ਤੋਂ ਪਹਿਲੇ ਸੰਤੋਖ ਸਰ ਸਾਡੇ ਆਂਦਾ ਸੀ ਤੇ ਅਸੀਂ ਸੰਤੋਖ ਸਰ ਦੇ ਵਿੱਚ ਬੈਠਾਂਗੇ ਤਾਂ ਸਿੰਗਲ ਥਾਟ ਹੈ ਸੰਤੋਖ। ਔਰ ਮੈਂ ਇਸ ਵਿਚਾਰ ਦੇ ਨਾਲ, ਇਹ ਈਸ਼ਵਰ ਦੀ ਗੁਣ ਹੈ, ਔਰ ਮੈਂ ਇਹਦੇ ਨਾਲ ਜਾ ਕੇ ਰਿਲੇਟਡ ਹੋ ਗਈ, ਇਹਦੇ ਨਾਲ ਜਾ ਕੇ ਮੈਂ ਆਪਣੇ ਆਪ ਨੂੰ ਜੁੜ ਗਈ, ਇਹਦੇ ਨਾਲ ਮੈਂ ਆਪਣੇ ਆਪ ਨੂੰ ਜਾ ਕੇ ਯੂਨੀਫਾਈਡ ਕਰ ਲਿਆ, ਜੁੜ ਗਈ। ਔਰ ਫਿਰ ਮੇਰੇ ਜਿਹੜੇ ਅੰਦਰ ਤੋਂ ਚੀਜ਼ਾਂ ਜਿਹੜੀਆਂ ਮੇਰੀਆਂ ਕ੍ਰੀਏਟ ਹੋਣਗੀਆਂ, ਕਿਹੋ ਜਿਹੀਆਂ ਹੋਣਗੀਆਂ ਅਸੀਂ ਖੁਦ ਸੋਚ ਸਕਦੇ ਹਾਂ। ਸਾਰੇ ਐਕਸ਼ਨਸ ਉਸ ਤਰ੍ਹਾਂ ਦੇ ਹੋਣਗੇ। ਫਿਰ ਵਿਵੇਕ ਸਰ ਆ ਜਾਂਦਾ ਹੈ, ਯਾਨੀ ਵਿਵੇਕ ਜਾਗਰਤ ਹੋ ਜਾਏਗਾ ਇੱਕ ਇਨਸਾਨ ਦੇ ਅੰਦਰ। ਜਦੋਂ ਵਿਵੇਕ ਜਾਗਰਤ ਹੋ ਜਾਏਗਾ ਤਾਂ ਹਿਰਦੇ ਦਾ ਜਿਹੜਾ ਕੌਲ ਹੈ, ਉਹ ਕਵਲ ਹੈ, ਉਹ ਖਿਲ ਜਾਏਗਾ। ਔਰ ਅਗਰ ਕੌਲਾਂ ਦੀ ਵੀ, ਮਾਤਾ ਕੌਲਾਂ ਦੀ ਕਹਾਣੀ ਵੀ ਅਸੀਂ ਸੁਣੀਏ ਤੇ ਮਾਤਾ ਕੌਲਾਂ ਜਿਹੜੀ ਸੀ ਉਹ ਮੁਸਲਿਮ ਸੀਗੀ। ਅਗਰ ਅਸੀਂ, ਕਿਉਂਕਿ ਇਹ ਮੇਰੀਆਂ ਪ੍ਰੈਡਿਕਸ਼ਨ, ਇਹ ਮੇਰੇ ਭਾਵ ਨੇ, ਅਗਰ ਮੈਂ ਇਹ ਸੋਚਾਂ ਕਿ ਮੁਸਲਮਾਨ ਉਹ ਸੀਗੇ ਜਿਹੜੇ ਸਾਨੂੰ ਪਰੇਸ਼ਾਨ ਕਰ ਰਹੇ ਸੀ, ਮੁਸਲਮਾਨ ਲੋਕ ਉਹ ਪਰੇਸ਼ਾਨ ਕਰ ਰਹੇ ਸੀ, ਲੇਕਿਨ ਯਾਨੀ ਜਿਹੜੇ ਵਿਚਾਰ ਮੈਨੂੰ ਪਰੇਸ਼ਾਨ ਕਰ ਰਹੇ ਸੀ, ਜਿਹੜੇ ਮੈਨੂੰ ਦੁੱਖ ਦੇ ਰਹੇ ਸੀ, ਜਿਹੜੇ ਮੈਨੂੰ ਤਕਲੀਫ ਦੇ ਰਹੇ ਸੀ, ਜਦੋਂ ਉਹਨਾਂ ਨੂੰ ਵੀ ਮੈਂ ਆਪਣੇ ਪਿਆਰ ਦੇ ਵਿੱਚ ਪਿਓ ਲਿਆ, ਆਪਣੇ ਪਿਆਰ ਦੇ ਨਾਲ ਉਹਨਾਂ ਸਾਰੇ ਵਿਚਾਰਾਂ ਨੂੰ ਵੀ ਮੈਂ, ਜਿਸ ਸਾਨੂੰ ਪਿੱਛੇ ਸਿਖਾਇਆ ਗਿਆ ਕਿ ਜਿਹੜੇ ਨੈਗੇਟਿਵ ਵਿਚਾਰ ਨੇ ਉਹਨਾਂ ਨੂੰ 6 ਪੰਕਤੀਆਂ ਬੋਲ ਕੇ ਕਿ ਤੂੰ ਵੀ ਉਹੀ ਹੈ, ਤੂੰ ਵੀ ਉਹੀ ਹੈ, 6 ਪੰਕਤੀਆਂ ਬੋਲ ਕੇ ਉਹਨਾਂ ਵਿਚਾਰਾਂ ਦੇ ਅੰਦਰੋਂ ਜਿਹੜੇ ਹਰਟ ਫੀਲਿੰਗ ਨੇ ਉਹਨਾਂ ਨੂੰ ਅਸੀਂ ਕਲੀਨ ਕਰ ਦਿੱਤਾ, ਕਲੀਅਰ ਕਰ ਦਿੱਤਾ। ਤੇ ਫਿਰ ਜੋ ਚੀਜ਼ ਨਿਕਲ ਕੇ ਆਏਗੀ ਫਿਰ ਕੌਲਸਰ ਬਣ ਜਾਏਗਾ। ਯਾਨੀ ਮਾਤਾ ਕੌਲਾ ਮੁਸਲਿਮ ਹੋਣ ਦੇ ਬਾਵਜੂਦ ਉਹ ਦਰਬਾਰ ਸਾਹਿਬ ਦੇ ਨੇੜੇ ਹੀ ਸਥਾਪਿਤ ਕੀਤਾ ਗਿਆ ਉਹਨਾਂ ਨੂੰ। ਅੱਜ ਕੌਲਸਰ ਇੱਕ ਪੂਰਾ ਵੱਡਾ ਸਰੋਵਰ, ਉਹਦਾ ਨਾਮ ਵੀ ਕੌਲਸਰ ਰੱਖਿਆ ਗਿਆ, ਕਿਉਂਕਿ ਚੀਜ਼ਾਂ ਐਵੇਂ ਨਹੀਂ ਹੋ ਰਹੀਆਂ ਹੁੰਦੀਆਂ, ਹਰ ਚੀਜ਼ ਦੇ ਪਿੱਛੇ ਗਹਿਰਾਈ ਹੈ। ਫਿਰ ਕੌਲਸਰ ਤੋਂ ਬਾਅਦ ਰਾਮਸਰ, ਰਾਮ ਯਾਨੀ ਉਸ ਹਿਰਦੇ ਦੇ ਅੰਦਰ ਰਾਮ ਦਾ ਭਾਵ ਜਿਹੜਾ ਹੈ ਉਹ ਨਿੱਤਰ ਕੇ ਬਾਹਰ ਆ ਗਿਆ, ਯਾਨੀ ਉਸ ਵਿਚਾਰ ਦੇ ਨਾਲ ਅਸੀਂ ਅਟੈਚ ਹੋ ਗਏ, ਉਸ ਸਿੰਗਲ ਥਾਟ ਦੇ ਨਾਲ, ਰਾਮ ਦੇ ਥਾਟ ਦੇ ਨਾਲ। ਰਾਮ ਜਿਹੜਾ ਰਮਿਆ ਹੋਇਆ ਹੈ ਭਰਪੂਰ ਹਰ ਪਾਸੇ, ਜਦੋਂ ਰਮਿਆ ਹੋਇਆ ਭਰਪੂਰ ਹੈ, ਉਹਦੇ ਤੋਂ ਬਾਅਦ ਜਦੋਂ ਅਸੀਂ ਅੰਮ੍ਰਿਤਸਰ ਦੇ ਵਿੱਚ ਐਂਟਰ ਕਰਾਂਗੇ, ਆਪਣੇ ਦਰਬਾਰ ਸਾਹਿਬ ਦੇ ਅੰਦਰ ਅੰਮ੍ਰਿਤ ਸਰੋਵਰ ਦੇ ਵਿੱਚ ਐਂਟਰ ਕਰਾਂਗੇ, ਤੇ ਅਸੀਂ ਦੇਖਦੇ ਹਾਂ ਕਿ ਉਸ ਅੰਮ੍ਰਿਤਸਰ ਦੇ ਵਿੱਚੋਂ ਜਿਹੜੀਆਂ ਰਸ਼ਮੀਆਂ ਨੇ, ਜਿਹੜੀਆਂ ਕਿਰਨਾਂ ਨੇ, ਉੱਥੇ 24 ਘੰਟੇ ਕੀਰਤਨ ਚੱਲ ਰਿਹਾ ਹੈ। ਕਿਉਂਕਿ ਬਾਕੀ ਦੀ ਦੇਖੋਗੇ 24 ਘੰਟੇ ਕੀਰਤਨ ਚੱਲਦਾ ਹੈ, ਦਰਬਾਰ ਸਾਹਿਬ ਦੇ ਅੰਦਰ 24 ਘੰਟੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ। ਯਾਨੀ ਹੁਣ ਅਸੀਂ ਯੂਨੀਵਰਸ ਦੇ ਵਿੱਚ, ਸੰਸਾਰ ਦੀ ਸੇਵਾ ਕਰਨ ਲਈ ਵੀ ਅਸੀਂ ਤਿਆਰ ਹੋ ਗਏ। ਤੇ ਇਹ ਬਹੁਤ ਖੂਬਸੂਰਤ ਕਨਸੈਪਟ ਹੈ, ਇਹ ਤਾਂ ਅਸੀਂ ਮੋਟਾ ਲਿਆ ਹੈ ਇੱਕ ਸ਼ਹਿਰ ਦੇ ਨਾਲ। ਅਗਰ ਅਸੀਂ ਆਪਣੇ ਆਪ ਨੂੰ ਸਿੰਗਲ ਥਾਟ ਦੇ ਨਾਲ, ਗੁਰਬਾਣੀ ਭਰੀ ਪਈ ਹੈ। ਜਦੋਂ ਮੈਂ ਹੁਣ ਹੁਕਮਨਾਮਾ ਲੈ ਰਹੀ ਹਾਂ ਰੋਜ਼, ਤੋਂ ਮੈਂ ਦੇਖ ਰਹੀ ਹਾਂ ਕਿ ਹਰ ਵਿਚਾਰ ਇਸ ਚੀਜ਼ ਨੂੰ ਟੈਲੀ ਕਰ ਰਿਹਾ ਹੈ ਕਿ ਸਿੰਗਲ ਵਿਚਾਰ ਦੇ ਅੰਦਰ ਆਟੋਮੈਟਿਕਲੀ ਸਭ ਕੁਝ ਹੈ। ਜਦੋਂ ਅਸੀਂ ਉਸ ਦੇ ਨਾਲ ਟਿਊਨਡ ਹੋ ਜਾਵਾਂਗੇ ਤੇ ਸਾਡੇ ਐਕਸ਼ਨ ਜਿਹੜੇ ਨੇ ਆਟੋਮੈਟਿਕਲੀ ਸੰਤੋਖ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੀ ਯਾਤਰਾ ਆਟੋਮੈਟਿਕਲੀ ਸਾਡੀ ਹੋਣੀ ਸ਼ੁਰੂ ਹੋ ਜਾਏਗੀ, ਸਾਨੂੰ ਕੁਝ ਕਰਨਾ ਨਹੀਂ ਪਏਗਾ ਉਹਦੇ ਲਈ। ਤਾਂ ਇਹ ਜਿਹੜਾ ਸਿੰਗਲ ਥਾਟ ਹੈ, ਜਿਹੜੇ ਸਾਡੇ ਐਕਸ਼ਨ ਨੇ, ਅਗਰ ਈਸ਼ਵਰ ਦੇ ਨਾਲ ਟਿਊਨਡ ਹੋ ਕੇ ਆ ਰਹੇ ਨੇ, ਅਕਾਲ ਪੁਰਖ ਦੀ ਉਸ એનર્ਜੀ ਦੇ ਨਾਲ ਟਿਊਨਡ ਹੋ ਕੇ ਆ ਰਹੇ ਨੇ, ਆਟੋਮੈਟਿਕਲੀ ਸਾਡੇ ਅੰਦਰ ਉਹ ਚੀਜ਼ਾਂ ਆਣੀਆਂ ਸ਼ੁਰੂ ਹੋ ਜਾਣਗੀਆਂ। ਟਾਈਮ 10 ਮਿੰਟ ਹੋਰ ਹੋ ਗਏ, ਲੇਕਿਨ ਮੈਂ ਕੁਝ ਹੋਰ ਵੀ ਕਲੀਅਰ ਕਰਨਾ ਚਾਹ ਰਹੀ ਸੀ। ਸਤਿ ਸ੍ਰੀ ਅਕਾਲ ਜਿਹੜਾ ਸਾਨੂੰ ਮਿਲਿਆ ਹੈ, ਬੋਲੇ ਸੋਨਿਹਾਲ, ਤਾਂ ਇਹ ਜਿਹੜਾ ਸਾਨੂੰ ਮਿਲਿਆ ਹੈਗਾ ਸਤਿ ਸ੍ਰੀ ਅਕਾਲ, ਤੇ ਉਹੀ ਵਕਤ ਖੁਸ਼ ਹੋ ਸਕਦਾ ਹੈ ਜਿਹੜਾ ਉਸ ਸੱਚ ਦਾ ਦਰਸ਼ਨ ਹਮੇਸ਼ਾ, ਜਿਹੜਾ ਤ੍ਰਿਕਾਲ ਸੱਚ ਹੈ। ਹੁਣ ਇਹ ਜਿਹੜੀਆਂ ਕੁਆਲਿਟੀਆਂ ਅਸੀਂ ਗੱਲ ਕਰ ਰਹੇ ਹਾਂ, ਜਿਹੜੀਆਂ ਵੀ ਈਸ਼ਵਰ ਦੀਆਂ ਕੁਆਲਿਟੀਆਂ ਨੇ, ਇਹ ਤ੍ਰਿਕਾਲ ਸੱਚ ਨੇ। ਬਿਮਾਰੀ ਝੂਠ ਹੈ,
मेरी खुशी भी झूठी हो सकती है, मैं अज खुश हाँ कल दुखी हो सकती हाँ। अज मैं किसी लग रहा है बंदा मैनू प्रेम कर रहा है, कल मैनू दूसरा बंदा मैनू लगेगा मैनू नफरत भी कर रहा है। यानी ये सारियां जिहड़ियां क्वालिटीज ने जिहड़ियां मैं सिंगल अपने विचार तो सोच रही हाँ, यह सब झूठियां ने। त्रिकाल सच की है ईश्वर दीयां क्वालिटीज। जो मैं उहदे नाल अपने आप नू ट्यून्ड कर लैनी हाँ ते ईश्वर दे गुणां दे नाल ऑटोमैटिकली मेरे एक्शन जिहड़े ने उस विचार दे नाल प्रेरित होके ऑटोमैटिकली खूबसूरत जिंदगी में अपनी जिंदगी दे विच भरपूरता नू ईश्वर दे सारियां क्वालिटीज नू मैं इन शॉर्ट अपने अंदर इनकलकेट कर लैनी और मैं अपने बाहर भी उन्होंने देखना शुरू कर देनी हाँ। तो मेरे एक्शन जिहड़े ने गुरु दे विचार तो प्रेरित होके आ रहे ने, लेकिन आनगे विचार तो ही और असी अपने आप को इतना ट्यून्ड कर लिए उस सिंगल विचार दे नाल कि मेरे एक्शन जिस तरह मैं अचनचेत गलत काम कर जानी है, अचनचेत ही मेरे को अच्छे अच्छे काम होने शुरू हो जान। बस आई होप मैं आज का टॉपिक थोड़ा क्लियर कर दिता है बिल्कुल। और 5 मिनट असी थोड़ा लेट हो गए हैं, लेकिन असी ध्यान जड़ा है शायद 5 मिनट उतना ही लेट करेंगे, 6:10 तक ही कर लांगे, ताकि जिहड़ी चीज असी नॉलेज गेन की असी इनू अपने अंदर फील भी कर लईए। तो आई होप मैं अपना टॉपिक क्लियर कर दिता है। तो हुण असी ध्यान की तरफ शिफ्ट हो सकते हैं। यस मंत्रित? यस मैम। तो ओके असी हुण टॉपिक क्लियर है ना बच्चे? यस तो यस। असी ध्यान की तरफ ओके ते असी हुण ध्यान की तरफ जाने हैं। जिस तरह कि असी कहने असी ध्यान की तरफ जाने तो पहले असी अपना अखां बंद करांगे। अखां साडियां बंद है, मन शांत, पानी असी जरूर पियांगे थोड़ा जिहा, ध्यान श्वास रखांगे, मन शांत, ध्यान श्वास के उत्ते, ब्रीद इन ब्रीद आउट, ध्यान श्वास पे। सांस आ रही है, सांस जा रही है, एक सर्कल है, एक रोटेशन है जिहदे नाल एनर्जी रोटेशन चल रही है और असी खुद नू जिंदा महसूस करते हैं। मन शांत, ना कोई सोच, ना कोई विचार, सिर्फ शांत। फील करिए मन शांत, ध्यान श्वास पे। श्वास आ रहा है, ध्यान श्वास जा रहा है, ये बात चल गई है।
शांत। दया कपाह संतोख सोत जत गंडी सतवट। मन शांत। ध्यान स्वास्थ्य। दया कपाह संतोख सुत जत गंडी सतवट। एहे जनेऊ जीए का है तपांडे कत। शांत। प्रभ एहे मनोरथ मेरा कृपा निधान दयाल मोहि कीजे। कर संतन का चेहरा विवेक। मन शांत।
ना कोई सोच, ना कोई विचार, just be. हमरे दुष्ट सभे तुम काओ, आप हाथ दे मोहे बचाओ। सुखी बसे मोरो परिवारा, अपना जान करो प्रतिपारा। कॉल सर। अब मोहे राम अपना कर जानिया, सहज सुभाए मेरा मन मानिया। राम सर। मन शांत, ध्यान स्वास्थ्य। If you can't find a way to make money while you sleep, राम सर। अमृत नाम परमेश्वर तेरा, जो सिमरै सो जीवै। अमृतसर। कागो हंस करे।
चित शांत। जोड़ लईए अपने आप ਨੂੰ ਈਸ਼ਵਰ ਦੇ ਉਸ ਸਿੰਗਲ ਥਾਟ ਦੇ ਨਾਲ। Yes, masters. Last 5 minutes. मन शांत। संतां के कारज आप खलोया, हर काम करावन आप आया राम। तरत सुहावी थाल सुहावा, विच अमृत जल छाया राम। चित शांत। बॉडी रिलैक्स। ना कोई सोच, ना कोई विचार। Last 2 minutes, masters. अपने ध्यान ਨੂੰ ਸਮੇਟਦੇ ਹੋਏ ਬਾਹਰ ਆਉਣ ਦੀ ਤਿਆਰੀ। अपने हाथ पैर थोड़े जे हिलाइए। 10 9 8 7 6 5 4 3 2 1 शून्य। ਦੋਨਾਂ ਹੱਥਾਂ ਨੂੰ ਆਪਣੀ ਅੱਖਾਂ ਤੇ ਰੱਖਾਂਗੇ। ਅੰਮ੍ਰਿਤਸਰ ਸ਼ਹਿਰ ਦੇ ਅੰਮ੍ਰਿਤ ਜੀ ਦੇ ਪੂਰੇ ਇਸ਼ਨਾਨ ਜਿਹੜਾ ਅਸੀਂ ਮਨ ਦਾ ਇਸ਼ਨਾਨ ਜਿਹੜਾ ਕਰਕੇ ਆਏ ਆ, ਉਹਦੇ ਨਾਲ ਜਿਹੜੀ ਸ਼ੁੱਧੀ, ਜਿਹੜੀ ਸਮਝ, ਜੋ ਕੁਛ ਵੀ ਉੱਥੋਂ ਮਿਲਿਆ ਹੈ, ਉਸ ਭਾਵ ਨੂੰ, ਉਸ ਐਨਰਜੀ ਨੂੰ ਫੀਲ ਕਰਦੇ ਹੋਏ, ਦੋਨੋਂ ਹੱਥ ਸਾਡੀਆਂ ਅੱਖਾਂ ਤੇ ਨੇ, ਉਸ ਐਨਰਜੀ ਨੂੰ ਫੀਲ ਕਰਦੇ ਹੋਏ ਆਨੰਦ ਦੀ ਅਵਸਥਾ ਦੇ ਵਿੱਚ ਆਪਣੀਆਂ ਅੱਖਾਂ ਦੇ ਹੱਥਾਂ ਦੇ ਵਿੱਚ ਹੀ ਅੱਖਾਂ ਨੂੰ ਖੋਲਾਂਗੇ ਔਰ अपना टाइम लेंदे हुए ध्यान तो बाहर आने की प्रयास करांगे। थैंक यू मास्टर्स, तुहाडे सारिਆਂ ਦਾ बहुत 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 धन्यवाद। अकाल पुरख ने सेवा का मौका दिता, ਉਹਦਾ ਧੰਨਵਾਦ। तुहाडे सारिਆਂ ਦਾ बहुत बहुत धन्यवाद। Thank you, thank you, thank you for being in my life. Thank you, masters.